ਤੇ ਤੁਹਾਡੇ ਵੱਡਿਆਂ ਨੇ ਕਿ ਸਾਡੇ ਵੱਡਿਆਂ ਨੇ ਵਾਅਦਾ ਕੀਤਾ ਹੈ ਕਿ ਉੱਤਰੀ ਭਾਰਤ 'ਚ ਤੁਹਾਨੂੰ ਅਸੀਂ ਖਿੱਤਾ ਦੇਵਾਂਗੇ। ਸਾਡੀ ਸਰਕਾਰ ਬਣਾ ਦਿਓ, ਅਸੀਂ ਆਪੇ ਆਪਣੇ ਬੰਦੇ ਛੱਡ ਲਾਂਗੇ ਤੇ ਚੰਡੀਗੜ੍ਹ ਸਾਨੂੰ ਦੇ ਦਿਓ। ਉਹਨਾਂ ਨੇ ਸੋਚਿਆ ਵੀ ਨੌਜਵਾਨਾਂ ਨੂੰ ਥੋੜ੍ਹੇ ਜਿਹੇ ਫੁੱਲੇ ਪਾ ਕੇ ਵੇਖ ਲਈਏ, ਸ਼ਾਇਦ ਸੰਤ ਵੀ ਚਲੇ ਗਏ ਆ, ਭਾਈ ਅਮਰੀਕ ਸੋਨੀ ਵੀ ਚਲੇ ਗਏ, ਸ਼ਹੀਦ ਹੋ ਗਏ ਨੇ, ਤੇ ਸ਼ਾਇਦ ਆ ਜਿਹੜੇ ਮਗਰਲੇ ਨੌਜਵਾਨ ਇਹਨਾਂ ਨੇ ਵਿਕ ਬੂ ਜਾਣਾ, ਐਵੇਂ ਹੀ ਹੋਣੇ ਨੇ। ਜੂਨ ਜੁਲਾਈ ਜਾਂ ਅਗਸਤ ਦੀ ਗੱਲ ਹੋ ਗਈ 85 84 ਜਿਹੜੀ 85 ਸਾਲ ਬਾਅਦ। ਠੀਕ ਹੈ। ਅੱਛਾ, ਉਹ ਆਣ ਕੇ ਕਹਿਣ ਲੱਗੇ ਜੀ ਤੁਸੀਂ ਦਰਬਾਰ ਸਾਹਿਬ ਦਾ ਜਿਹੜਾ ਹੈ ਨਾ ਹਮਲਾ ਹੈ, ਇਹਨੂੰ ਭੁੱਲ ਜਾਓ। ਇਹਨਾਂ ਨੂੰ ਦੱਸਿਆ ਜਾ ਕੇ ਵੀ ਮੁੰਡਿਆਂ ਦਾ ਨਹੀਂ ਤਾਂ ਬਣ ਜਾਣਾ ਜੇ ਮੁੱਖ ਮੰਤਰੀ, ਉਹਨਾਂ ਦੀ ਸਰਕਾਰ ਬਣ ਜਾਣੀ ਜੇ। ਮੈਨੂੰ ਕਿਹਾ ਉਹਨਾਂ ਦੀ ਬਣ ਜਾਣੀ ਆ। ਮੈਂ ਕਿਹਾ ਵੀ ਅਸੀਂ ਤਾਂ ਸੰਤਾਂ ਤੋਂ ਸੁਣਦੇ ਰਹੇ ਹਾਂ, ਅਸੀਂ ਤਾਂ ਦਿੱਲੀ ਦੀ ਗੱਲ ਕੋ ਮੰਨ ਕੇ ਜਾਣੀ ਨਹੀਂ, ਕਿ ਕੋਈ ਲਾਲਚ ਲੈ ਕੇ ਜਾਣਾ ਨੀਗਾ। ਉਹਦੇ ਖਿੱਤੇ ਵਾਲੀ ਗੱਲ 'ਚ ਕੀ ਹੈ, ਮੈਂ ਕਿਹਾ ਉਹ 370 ਧਾਰਾ ਹੈ ਜਿਹੜੀ ਤੁਸੀਂ ਜੰਮੂ ਕਸ਼ਮੀਰ ਵਾਲੇ ਦਿੱਤੀ ਆ, ਉਹ ਸਿੱਖਾਂ ਨੂੰ ਦੇ ਦੇ। ਹੁਣ ਤਾਂ ਇਹਨਾਂ ਨੇ ਖੋਲ੍ਹੀ ਆ ਨਾ ਉਹਨਾਂ ਤੋਂ। ਉਦੋਂ ਇਹ ਗੱਲ ਚੱਲਦੀ ਹੁੰਦੀ ਸੀ, ਇੱਥੇ ਆਪਣੇ ਸਿੱਖਾਂ 'ਚ ਵੀ ਚੱਲਦੀ ਸੀ, ਸਿੱਖ ਪੰਥ 'ਚ ਵੀ ਚੱਲਦੀ ਸੀ, ਪੰਜਾਬ 'ਚ ਵੀ ਚੱਲਦੀ ਸੀ। NRI TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ, ਤੇ ਮੈਂ ਹਾਂ ਰਿਸ਼ਪਾਲ ਸਿੰਘ। ਅਗਰ ਗੱਲ ਕਰੀਏ ਅੱਜ ਤੋਂ 3 ਦਹਾਕੇ ਪਹਿਲਾਂ ਦੀ, ਤਾਂ ਤਕਰੀਬਨ 3 ਤੋਂ 4 ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਜਿਹੜੇ ਸੀ, ਉਹਨਾਂ ਦੇ ਵਿੱਚ ਬਹੁਤ ਵੱਡੀ ਸੰਘਰਸ਼ ਦੀ ਇੱਕ ਭਾਵਨਾ, ਸੰਘਰਸ਼ ਛਿੜਿਆ ਹੋਇਆ ਸੀ। ਔਰ ਖਾਲਸੇ ਦੇ ਨਾਲ ਖਾਲਸੇ ਦਾ ਪ੍ਰਚਾਰ ਪ੍ਰਸਾਰ ਪੂਰੇ ਵਿਸ਼ਵ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵੱਧਦਾ ਪਿਆ ਸੀਗਾ। ਉਹਦੇ ਦੌਰਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਸੋ ਉਸ ਦਾ ਜਿਹੜਾ ਸੀ ਇਸ ਤਰ੍ਹਾਂ ਬੋਲਬਾਲਾ ਹੋ ਗਿਆ ਸੀ ਕਿ ਕਿਉਂਕਿ ਹਰ ਇੱਕ ਬੰਦਾ ਇਹ ਸੋਚ ਰਿਹਾ ਸੀ ਕਿ ਹੁਣ ਆਉਣ ਵਾਲਾ ਸਮਾਂ, ਆਉਣ ਵਾਲਾ ਭਵਿੱਖ ਸਿਰਫ ਔਰ ਸਿਰਫ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੀ ਹੈਗੀ ਹੈ। ਸੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸੀ, ਉਹਨਾਂ ਨੂੰ 2 ਵਾਰ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਜੀ ਉਹ ਵੀ ਮਿਲਦਾ ਯਾਨੀ ਕਿ ਉਹਨਾਂ ਨੂੰ ਮਿਲਿਆ, ਆਫਰ ਆਈਆਂ, ਲਾਲਚ ਆਏ ਨੇ, ਔਰ ਬਣਦੇ ਇੱਕ ਵਾਰ ਤਾਂ ਆਪਣਿਆਂ ਨੇ ਨਹੀਂ ਬਣਨ ਦਿੱਤਾ, ਔਰ ਇੱਕ ਵਾਰ ਸਰਕਾਰਾਂ ਨੇ ਗੱਦੀ ਦੇ ਦਿੱਤੀ, ਮੁੱਖ ਮੰਤਰੀ ਦੀ ਕੁਰਸੀ ਦੇ ਦਿੱਤੀ ਸੀ, ਪਰ ਉਹਨਾਂ ਨੇ ਸੌਦੇਬਾਜ਼ੀ ਨਹੀਂ ਹੋਣ ਦਿੱਤੀ। ਉਹਨਾਂ ਨੇ ਕੌਮ ਨਹੀਂ ਵੇਚੀ, ਪੰਥ ਨਹੀਂ ਵੇਚੀ, ਆਪਣਾ ਧਰਮ ਇਮਾਨ ਸਿੱਖੀ ਨਹੀਂ ਵੇਚੀ ਹੈਗੀ। ਸੋ ਆਓ ਅਸੀਂ ਤੁਹਾਨੂੰ ਉਸ ਮਹਾਨ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ। ਸੋ ਸਾਡੇ ਨਾਲ ਨੇ ਭਾਈ ਮਨਜੀਤ ਸਿੰਘ ਜੀ। ਗੁਰਫਤਿਹ ਸਾਂਝ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਜੀਤ ਸਿੰਘ ਜੀ, ਜਿਸ ਸਮੇਂ ਜੋਧਪੁਰ ਜੇਲ੍ਹ ਦੇ ਵਿੱਚ ਤੁਸੀਂ ਬੰਦ ਸੀ, ਹਾਂਜੀ, ਤਾਂ ਉਸ ਤੋਂ ਪਹਿਲਾਂ ਤਾਂ ਜਿਹੜੀ ਅਸੀਂ ਕਹੀਏ ਨਾ ਕਿ ਟੌਰਚਰ ਦੀ, ਇੰਟੈਰੋਗੇਸ਼ਨ ਦੀ, ਤਸ਼ੱਦਦ ਦੀ, ਮੇਰੇ ਖਿਆਲ ਹੈ ਕਿ ਕੋਈ ਐਸੀ ਚੀਜ਼ ਨਹੀਂ ਹੋਏਗੀ ਜਿਹਦੇ ਨਾਲ ਤੁਹਾਡੇ 'ਤੇ ਤਸ਼ੱਦਦ ਨਾ ਹੋਇਆ ਹੋਵੇ। ਤੁਹਾਨੂੰ ਕੋਹ ਕੇ ਤਰਫਾ ਕੇ ਜਿਹੜਾ ਪੁਲਿਸ ਨੇ ਤੁਹਾਨੂੰ ਕਹੀਏ ਤਾਂ ਮਤਲਬ ਕੁਛ ਐਸਾ ਕਰਾਉਣ ਦੀ ਤੁਹਾਡੇ ਤੋਂ ਕੋਸ਼ਿਸ਼ ਕੀਤੀ ਵੀ ਕਿਸੇ ਨਾ ਕਿਸੇ ਤਰੀਕੇ ਇੰਨਾ ਕੁ ਮਜਬੂਰ ਕਰ ਦਿਓ, ਇੰਨਾ ਜ਼ਿਆਦਾ ਟੌਰਚਰ ਕਰੋ, ਇੰਨਾ ਕੁ ਤੰਗ ਪਰੇਸ਼ਾਨ ਕਰੋ ਵੀ ਇਹ ਜੋ ਅਸੀਂ ਕਹੀਏ ਉੱਦਾਂ ਹੀ ਇਹ ਕਰਨ, ਜਾਂ ਉਹ ਜੋ ਅਸੀਂ ਕਹਿੰਦੇ ਉੱਦਾਂ ਹੀ ਮੰਨ ਜਾਣ, ਜਾਂ ਕੁਛ ਨਾ ਇਹੋ ਜਿਹਾ ਰਾਜ ਉਗਲ ਦੇਣ, ਇਹੋ ਜਿਹਾ ਰਾਜ ਬਾਹਰ ਕੱਢ ਦੇਣ ਜਿਹਦੀ ਸੁਣਨ ਵਾਸਤੇ ਉਹਨਾਂ ਦੇ ਕੰਨ ਤਰਸ ਰਹੇ, ਜਿਹਦੇ ਨਾਲ ਉਹਨਾਂ ਦੇ ਆਕਾ ਖੁਸ਼ ਹੁੰਦੇ। ਸੋ ਜੋਧਪੁਰ ਦੇ ਵਿੱਚ ਇਹੋ ਜਿਹਾ ਇੱਕ ਦੱਸਦੇ ਇੱਕ ਬਹੁਤ ਵੱਡਾ ਲਾਲਚ ਆਇਆ, ਬੜੇ ਮਾਨ ਸਨਮਾਨ ਦੇ ਨਾਲ ਤੁਹਾਨੂੰ ਕੇਂਦਰ ਦੇ ਵਿੱਚ ਪਹੁੰਚਾਇਆ ਗਿਆ ਸੀ। ਕੀ ਸੀ ਵਾਕਿਆ? ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਸਾਰਾ ਇੰਟਰੋਗੇਸ਼ਨ ਦੇ ਵਿੱਚੋਂ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨ ਤਗੜੇ ਹੋ ਕੇ ਨਿਕਲੇ ਜੀ, ਜ਼ੁਲਮ ਝੱਲ ਲਿਆ, ਤਸ਼ੱਦਦ ਝੱਲ ਲਿਆ, ਪੁੱਠੇ ਟੰਗੇ ਗਏ, ਪਾਣੀਆਂ ਸਿੱਟੇ ਗਏ ਜੀ, ਉਸ ਤੋਂ ਬਾਅਦ ਸਾਨੂੰ ਚੁੱਕ ਕੇ ਤੇ ਨਾਭੇ ਜੇਲ੍ਹ 'ਚੋਂ ਗਾਉਣ ਪਾ ਕੇ ਮੌਤ ਵਾਲੇ, ਤੇ ਸਾਨੂੰ ਨਾਭੇ ਜੇਲ੍ਹ 'ਚ ਆਪਣੇ ਜੋਧਪੁਰ ਜੇਲ੍ਹ 'ਚ ਸਿੱਟਤਾ। ਜੀ। ਉੱਥੇ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜੇਲ੍ਹ ਦਾ ਬੂਹਾ ਕਿਹੜੇ ਪਾਸੇ, ਕਿਉਂਕਿ ਅੰਦਰ ਜਾ ਕੇ ਖੋਲ੍ਹੇ ਸੀਗੇ। ਜੀ। ਉੱਥੇ ਵੀ ਫਿਰ ਇੰਟਰੋਗੇਸ਼ਨ ਸ਼ੁਰੂ ਹੋ ਗਈ ਜੇਲ੍ਹ 'ਚ ਵੀ। ਪਰ ਕੁਛ ਚਿਰ ਦੇ ਬਾਅਦ ਸਰਕਾਰ ਦਾ ਪਤਾ ਨਹੀਂ ਕਿ ਕੀ ਉਹਨਾਂ ਨੇ ਮਨ 'ਚ ਆਈ, ਸਰਕਾਰਾਂ ਕਰਦੀਆਂ ਹੁੰਦੀਆਂ ਨੇ ਅਫਸਰਾਂ ਜੀ। ਉਹਨਾਂ ਨੇ ਸੋਚਿਆ ਵੀ ਨੌਜਵਾਨਾਂ ਨੂੰ ਥੋੜ੍ਹੇ ਜਿਹੇ ਫੁੱਲੇ ਪਾ ਕੇ ਵੇਖ ਲਈਏ, ਸ਼ਾਇਦ ਸੰਤ ਵੀ ਚਲੇ ਗਏ ਆ, ਭਾਈ ਅਮਰੀਕ ਸੋਨੀ ਵੀ ਚਲੇ ਗਏ, ਸ਼ਹੀਦ ਹੋ ਗਏ ਨੇ, ਤੇ ਸ਼ਾਇਦ ਆ ਜਿਹੜੇ ਮਗਰਲੇ ਨੌਜਵਾਨ ਇਹਨਾਂ ਨੇ ਵਿਕ ਬੂ ਜਾਣਾ, ਐਵੇਂ ਹੀ ਹੋਣੇ ਨੇ। ਅੱਛਾ। ਮੈਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਤੋਂ ਲੈ ਕੇ ਸਾਰਾ ਇਤਿਹਾਸ ਸੁਣਿਆ ਸੀਗਾ ਜੀ। ਸੰਤ ਜਰਨੈਲ ਸਿੰਘ ਸਾਡਾ ਭਰਾ ਵੀ ਸੀ ਤੇ ਸਾਡਾ ਯਾਰ ਵੀ ਸੀ ਜੀ। ਭਾਈ ਅਮਰੀਕ ਸਿੰਘ ਮੇਰੇ ਤੋਂ ਵੱਡੇ ਸੀ ਜੀ। ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਿੱਖ ਮੰਜੀ ਸਾਹਿਬ ਜੋ ਬੋਲਦਾ ਨਾ ਇੱਥੇ ਜੀ,
ਉਹ ਹਰੀਕੇ ਆ ਜਦੋਂ ਸਤਲੁਜ ਲੰਘਦਾ ਤੇ ਕੁਛ ਤੋਂ ਭੁੱਲ ਜਾਂਦਾ। ਠੀਕ ਹੈ। ਦਿੱਲੀ ਨੂੰ ਜਾਣਾ, ਦਿੱਲੀ ਨੂੰ ਜਾਂਦਾ ਜੀ ਜੀ। ਜੇ ਉਹ ਚਲਾ ਗਿਆ ਚੰਡੀਗੜ੍ਹ ਤੇ ਫਿਰ 30% ਭੁੱਲ ਜਾਂਦਾ ਹੈ। ਠੀਕ ਹੈ। ਜੇ ਪਾਣੀਪਤ ਲੰਘ ਜੇ ਤੇ ਫਿਰ 75% ਭੁੱਲ ਜਾਂਦਾ ਸਿੱਖੀ ਮਸਲੇ ਤੇ ਸਿੱਖਾਂ ਦੇ ਜਿਹੜੇ ਕੇਸ ਆ, ਸਿੱਖਾਂ ਦੇ ਜਿਹੜੇ ਮੰਗਾਂ ਨੇ ਜੀ। ਤੇ ਦਿੱਲੀ ਚਲੇ ਜਾ ਤੇ ਦਿੱਲੀ ਫਿਰ ਰਾਮ ਰਾਏ ਹੋ ਜਾਂਦਾ। ਦਿੱਲੀ ਜਾ ਕੇ ਰਾਮ ਰਾਏ ਹੋ ਗਿਆ ਸੀ ਗੁਰੂ ਸਾਹਿਬ ਜੀ ਦੇ ਟਾਈਮ ਦੇ ਉੱਤੇ। ਇਹ ਸੰਤਾਂ ਤੋਂ ਮੈਂ ਸੁਣਦਾ ਰਹਿੰਦਾ ਸੀ। ਠੀਕ ਹੈ। ਜਦੋਂ ਸਾਨੂੰ ਜੋਧਪੁਰ ਜੇਲ੍ਹ ਚੋਂ ਉਹਨਾਂ ਨੇ ਬਾਹਰ ਛੋਟਾ ਦਸਤਾਰ ਸਜਾਈ ਸੀ ਜੀ, ਜਿਹਨੂੰ ਪਰਨਾ ਦੇ ਆ ਜੀ, ਤੇ ਮੈਨੂੰ ਬਾਹਰ ਸੱਦਿਆ ਗਿਆ ਜੀ। ਤੇ ਉਹ ਮੈਨੂੰ ਬਾਹਰ ਕੱਢ ਕੇ ਇੱਕ ਜੱਜ ਦੇ ਪੇਸ਼ ਕਰਨ ਲੱਗੇ। ਮੈਂ ਕਿਹਾ ਮੈਂ ਇਕੱਲੇ ਨਹੀਂ ਗਾ ਜਾਣਾ ਜੀ, ਹਰਮਿੰਦਰ ਸਿੰਘ ਸੰਧੂ ਨੂੰ ਨਾਲ ਲੈ ਕੇ ਜਾਣਾ। ਉਹ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਆ ਰਹੇ ਸੀ। ਉਹ ਸਾਡਾ ਮੇਰਾ ਵੀ ਮਿੱਤਰ ਸੀ ਜੀ 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 ਜੀ, ਉਦੋਂ ਪਹਿਲਾਂ ਦਰਬਾਰ ਸਾਹਿਬ ਰਹਿੰਦੇ ਜੀ। ਤੇ ਉਹਨਾਂ ਨੇ ਸਾਨੂੰ ਦੋ ਨੂੰ ਜਦੋਂ ਇੱਥੋਂ ਕਿਹਾ ਵੀ ਤੁਹਾਨੂੰ ਤਾਂ ਆਪਣੇ ਉੱਥੇ ਲਿਜਾਣਾ ਹੈ ਜੀ, ਤੇ ਸਾਨੂੰ ਛੋਟੇ ਅਸੀਂ ਪਟਕੇ ਬੱਧੇ ਸਿਰਾਂ ਦੇ ਉੱਤੇ ਛੋਟੀਆਂ ਦਸਤਾਰਾਂ, ਤੇ ਸਾਨੂੰ ਜੱਜ ਦੇ ਪੇਸ਼ ਕਰਤਾ। ਠੀਕ ਹੈ ਜੀ। ਬੂਹੇ ਦੇ ਅੱਗੇ ਕੱਢ ਕੇ ਨਾ ਤੇ ਨਾਲ ਇੱਕ ਕੋਟ ਲਾਈ। ਖੁਸ਼ੀ ਦੀ ਗੱਲ ਇਹ ਆ ਵੀ ਉੱਥੇ ਇੱਕ ਜਿਹੜਾ ਸਿੱਖ ਸੀ, ਉਹ ਜੱਜ ਸੀ, ਉਹ ਸਿੱਖ ਸੀ ਜੀ। ਤੇ ਮੈਨੂੰ ਨਹੀਂ ਹੈ ਗੱਲ ਦਾ ਪਤਾ ਵੀ ਇਹ ਸਾਨੂੰ ਰਿਮਾਂਡ ਤੇ ਲੈ ਕੇ ਚੱਲੇ ਆ। ਠੀਕ ਹੈ। ਤੇ ਉਸ ਤੇ ਜਦੋਂ ਪੇਸ਼ ਕੀਤਾ ਮੈਂ ਕਿਹਾ ਜੀ ਤੁਸੀਂ ਤਾਂ ਸਿੱਖ, ਮੈਂ ਕਹਿ ਦਿੱਤਾ ਮੈਂ ਕਿਹਾ ਸਾਨੂੰ ਗਾਂ ਕਿੱਥੇ ਲੈ ਜਾਣਗੇ। ਤੇ ਮੈਂ ਕਿਹਾ ਤੁਸੀਂ ਸਾਡਾ ਰਿਮਾਂਡ ਕਿਉਂ ਦਿੰਦੇ ਹੋ? ਕਹਿੰਦਾ ਮੈਂ ਨਹੀਂ ਦਿੰਦਾ। ਮੈਂ ਕਿਹਾ ਠੀਕ ਆ। ਉਹਨੇ ਨਾ ਬੜੇ ਚਿਰ ਤੋਂ ਬਾਅਦ ਅਸੀਂ ਕਦੀ ਮੈਂ ਦੇਖਿਆ ਠੰਡਾ ਪੀਤਾ, ਠੰਡੇ ਮੰਗਾਏ ਤੇ ਸਾਨੂੰ ਪਿਆਏ। ਠੀਕ ਹੈ ਜੀ। ਜੱਜ ਨੇ। ਠੀਕ ਹੈ। ਜੇ ਸਿੱਖ ਜਾਂ ਕੜਸੀ ਜਾਂ ਚੰਗੇ। ਉਦੋਂ ਬਾਅਦ ਉਹ CBI ਵਾਲੇ ਆ ਗਏ, ਜਿਹੜਾ IG ਤੇ DIG ਉਹਨਾਂ ਦੇ ਆ ਗਏ, ਹੋਰ ਉਹਨਾਂ ਦੇ ਅਫਸਰ ਆ ਗਏ। ਉਹ ਮੈਨੂੰ ਪਾਸੇ ਕਰਕੇ ਕਹਿਣ ਲੱਗੇ ਵੀ ਭਾਈ ਸਾਹਿਬ ਤੁਹਾਨੂੰ ਮਤਲਬ ਅਸੀਂ ਮਨਚੰਦਾ ਕੇਸ ਪਾ ਕੇ ਲੈ ਕੇ ਚੱਲੇ ਆ, ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਮਾਰਿਆ ਗਿਆ ਸੀਗਾ। ਮੈਂ ਕਿਹਾ ਅਸੀਂ ਤਾਂ ਉਹਦੇ 'ਚ ਹੈ ਨਹੀਂ ਗਏ, ਸਾਨੂੰ ਤਾਂ ਪਤਾ ਨਹੀਂਗਾ। ਉਹ ਕਹਿੰਦੇ ਨਹੀਂ ਸਰਕਾਰ ਨੇ ਕੇਸ ਪਾ ਕੇ ਖੜਨਾ ਹੁੰਦਾ ਹੈ ਤੇ ਤੁਹਾਡੇ ਨਾਲ ਸਰਕਾਰ ਗੱਲ ਕਰਨਾ ਚਾਹੁੰਦੀ ਆ। ਤੇ ਮੈਂ ਸਰਕਾਰ ਇੱਥੇ ਆ ਜਾਂਦੀ। ਅੱਛਾ, ਉਹ ਮੈਂ ਸੰਧੂ ਨਾਲ ਸਲਾਹ ਕੀਤੀ। ਉਹ ਕਾਫੀ ਸਿਆਣਾ, ਰਾਜਨੀਤਿਕ ਤੌਰ 'ਤੇ ਸਿਆਣਾ ਸੀ ਜੀ। ਉਹ ਕਹਿੰਦਾ ਵੀ ਧੋਖਾ ਵੀ ਹੋ ਸਕਦਾ ਹੈ ਤੇ ਤੁਸੀਂ ਪ੍ਰਧਾਨ ਜੇ, ਆਪਣੇ ਸੇਵਾਦਾਰ ਜੇ, ਆਪਾਂ ਦੋ ਭਰਾ ਹੈ ਤੇ ਵੇਖ ਲਈਏ। ਮੈਂ ਕਿਹਾ ਵੀ ਵੇਖਣਾ ਚਾਹੀਦਾ। ਉਹਨੇ ਸਾਡਾ ਰਿਮਾਂਡ ਦੇ ਦਿੱਤਾ 7 ਦਿਨ ਦਾ। ਸਾਨੂੰ ਡਕੋਟਾ ਜਹਾਜ਼ ਤੇ ਚੜਾ ਕੇ ਤੇ ਉੱਥੇ ਆਪਣੇ ਦਿੱਲੀ ਲੈ ਕੇ ਗਏ ਜੀ। ਦਿੱਲੀ ਲੈ ਕੇ ਗਏ, ਉੱਥੇ ਸਾਨੂੰ KPS ਗਿੱਲ ਮਿਲਿਆ, ਅਰਜਨ ਸਿੰਘ ਜਿਹੜਾ ਗਵਰਨਰ ਸੀ ਪੰਜਾਬ ਦਾ ਉਹ ਮਿਲਿਆ। ਤੇ ਅਸੀਂ ਬੜੇ ਹੈਰਾਨ। ਔਰ ਸਾਡੇ ਵੱਲੋਂ ਇੱਧਰੋਂ ਸਾਨੂੰ ਇੱਕ ਅਜੇ ਡਾਕਟਰ ਭਗਵਾਨ ਸਿੰਘ ਜਿਹੜੇ ਨੇ ਨਾ, ਅਜੇ ਜਿਉਂਦੇ ਨੇ ਜੀ ਜੀ, ਫੈਡਰੇਸ਼ਨ ਦੇ ਨੇ ਉਹ ਜੀ। ਉਹ ਤੇ ਪ੍ਰੋਫੈਸਰ ਸਰੂਪ ਸਿੰਘ ਚੰਡੀਗੜ੍ਹ ਦੇ ਅਜੇ ਵੀ ਹੈਗੇ ਨੇ ਉਹ ਜੀ। ਉਹ ਸਾਨੂੰ ਮਿਲੇ ਉੱਥੇ ਨਾਲ ਉਹਨਾਂ ਦੇ। ਠੀਕ ਹੈ ਜੀ। ਤੇ ਉਹ ਆਂਦੇ ਵੀ ਇਹ ਪ੍ਰਬੰਧ ਅਸੀਂ ਕਰਾਇਆ ਸੀਗਾ ਵੀ ਜੇ ਤੁਸੀਂ ਪੰਜਾਬ ਦੇ ਵਿੱਚੋਂ ਅੱਗ ਬੁਝਾਉਣੀ ਆ ਨਾ ਤੇ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਗੱਲ ਕਰੋ। ਅਸੀਂ ਹਿਸਾਬ ਲਾ ਲਿਆ ਵੀ ਇਹਨਾਂ ਨੇ ਸੰਪਰਕ ਕਰਕੇ ਤੇ ਸਾਰੀ ਗੱਲਬਾਤ ਦੀ ਘੜੀ ਜਿਹੜੀ ਜੋੜੀ ਆ। ਠੀਕ ਹੈ। ਅਸੀਂ ਆਖਿਆ ਵੀ ਗੱਲਬਾਤ ਹੁਣ ਆਪਣੀ ਕੀ ਇੱਥੇ ਗੱਲਬਾਤ ਨਾਲ ਅਕਾਲ ਤਖਤ ਹਟਾਤਾ, ਗੱਲਬਾਤ ਕੀ ਕਰਾਂਗੇ? ਇਹਨੂੰ ਕੁੱਟ ਲਈਏ ਤੇ ਮਾਰੂ ਗੱਲਬਾਤ ਕਾਹਦੀ ਹੁੰਦੀ ਆ? ਉਹ ਜਦੋਂ ਸਾਨੂੰ ਅਗਲੇ ਦਿਨ ਸਾਡੇ ਨਾਲ ਗੱਲ KPS ਗਿੱਲ ਤੇ ਅਰਜਨ ਸਿੰਘ ਨੇ ਕੀਤੀ, ਉਹਨੇ ਕਿਹਾ ਸਰਕਾਰ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦੀ ਤੇ ਅਸੀਂ ਆ ਵੀ ਤੁਹਾਡੇ ਕੋਲ ਤਾਂ ਕੋਈ ਬਹੁਤਾ ਅਧਿਕਾਰ ਨਹੀਂ ਹੈਗੇ, ਤੇ ਚਲੋ ਜਦੋਂ ਆਉਣਗੇ ਅਸੀਂ ਫਿਰ ਗੱਲ ਕਰ ਲਾਂਗੇ ਉਹਨਾਂ ਨਾਲ। ਦਿੱਲੀ ਦਾ ਇੱਕ ਰੈਸਟ ਹਾਊਸ ਸੀਗਾ ਲੋਧੀ ਸਟੇਟ ਦੇ ਵਿੱਚ, ਮੈਨੂੰ ਹੁਣ ਪੂਰਾ ਯਾਦ ਤਾਂ ਨਹੀਂ ਹੈਗਾ। ਠੀਕ ਹੈ ਜੀ। ਸਾਡੀ ਉਹਨਾਂ ਨੇ ਗੱਲ ਜਿਹੜੀ ਸੀ ਉਹ ਬਾਅਦ ਵਿੱਚ ਪਹਿਲਾਂ ਤਾਂ ਉਹੀ ਕਰਦੇ, ਫਿਰ ਉਹਨਾਂ ਨੇ ਉਹ ਰਾਜੀਵ ਗਾਂਧੀ ਨਾਲ ਸਾਡੀ ਇੱਕ ਕੇਂਦਰੀ ਮੰਤਰੀ ਉਹਨਾਂ ਨਾਲ ਲਿਜਾ ਕੇ ਸਾਨੂੰ ਬਿਠਾਤਾ। ਠੀਕ ਹੈ ਜੀ। ਹੁਣ ਅਸੀਂ ਕਿਹੜੇ ਮਾਰੇ ਸਨ, ਕਿਹੜੀ ਦੀ ਗੱਲ ਹੈ? ਇਹ 1985 ਜਦੋਂ ਰਾਜੀਵ ਲੌਂਗੋਵਾਲ ਕੌਡ ਹੁੰਦਾ ਨਾ ਜੀ ਜੀ, ਉਹ ਤੋਂ ਤਕਰੀਬਨ 2 ਮਹੀਨੇ ਪਹਿਲਾਂ। ਅੱਛਾ। ਇਹ ਜੂਨ ਜੁਲਾਈ ਜਾਂ ਅਗਸਤ ਦੀ ਗੱਲ ਹੋ ਗਈ। 85 84 ਜਿਹੜੀ 85 ਸਾਲ ਬਾਅਦ। ਠੀਕ ਹੈ ਜੀ। ਅੱਛਾ, ਉਹ ਆਣ ਕੇ ਕਹਿਣ ਲੱਗੇ ਜੀ ਤੁਸੀਂ ਦਰਬਾਰ ਸਾਹਿਬ ਦਾ ਜਿਹੜਾ ਹੈ ਨਾ ਹਮਲਾ ਹੈ ਇਹਨੂੰ ਭੁੱਲ ਜਾਓ। ਅਸੀਂ ਆਖਿਆ ਵੀ ਹਮਲੇ ਨੂੰ ਕਿਸ ਤਰ੍ਹਾਂ ਭੁੱਲ ਜੀਏ? ਜੇ ਤਾਂ ਮੈਂ ਕਿਹਾ, ਮੈਂ ਕਿਹਾ ਜੀ ਜੇ ਤਾਂ ਅਬਦਾਲੀ ਨੂੰ ਸਿੱਖ ਭੁੱਲ ਗਏ ਆ, ਨਾਦਰ ਸ਼ਾਹ ਨੂੰ ਭੁੱਲ ਗਏ ਆ, ਅੰਗਰੇਜ਼ਾਂ ਨੂੰ, ਫਿਰ ਤੁਹਾਨੂੰ ਵੀ ਭੁੱਲ ਜਾਣਗੇ। ਇਹ ਤਾਂ ਇਹਨਾਂ ਢੱਡਾਂ ਦਾ ਚੜਾ ਲੈਣਾ ਹੈ। ਤੇ ਹੁਣ ਜਿੰਨਾ ਚਿਰ ਦੁਨੀਆ ਰਹੂਗੀ ਨਾ ਉਹਨਾਂ ਚਿਰ ਇਹ ਗਾਂਧੀ ਪਰਿਵਾਰ ਨੂੰ ਫਿਟਕਾਂ ਪੈਂਦੀਆਂ ਰਹਿਣਗੀਆਂ ਤੇ ਇਹ ਆਪਣੇ ਜਿਹੜੇ ਢਾਡੀ ਗਾਉਂਦੇ ਰਹਿਣਗੇ। ਤੇ ਜਿੰਨੇ ਚਿਰ ਚੰਦ ਸੂਰਜ ਰਹੂਗਾ ਉਹਨਾਂ ਚਿਰ ਇਤਿਹਾਸ ਜਿਹੜਾ ਇਹ ਰਹਿਣਾ ਹੈ। ਇਹ ਮੈਂ ਕੌਣ ਉਹਨਾਂ ਨੂੰ ਭੁੱਲਣ ਵਾਲਾ? ਠੀਕ ਹੈ ਨਾ, ਇਤਿਹਾਸ ਬਣ ਗਿਆ। ਪੁਰਾਣੇ ਸਿੱਖਾਂ ਨੂੰ ਭੁੱਲ ਗਏ ਕੋਈ ਜਿਹੜਾ ਹੈਗੇ ਆ? ਬਿਲਕੁਲ। ਉਹ ਇੰਨੀ ਕੁ ਗੱਲ ਕਰਕੇ ਨਾ ਜਦੋਂ ਇਹ ਗੱਲ ਕਹੀ ਤੇ ਉਹ ਉੱਠ ਕੇ ਤੇ ਚਲੇ ਗਏ। ਤੇ ਚਲੋ ਬਾਅਦ ਵਿੱਚ ਅਸੀਂ ਸਲਾਹ ਕੀਤੀ ਵੀ ਇਹ ਆਪਾਂ ਨੂੰ ਆਪਾਂ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਗੱਲਾਂ। ਆਪ ਵੀ ਤਾਂ ਇਕੱਠੀ ਸੀ।
ਰਾਤ ਨੂੰ ਸਾਡੇ ਕੋਲੇ ਹਾਸੇ ਦੀ ਗੱਲ ਸੁਣਾਵਾਂ, ਤੁਸੀਂ ਆਂਦੇ ਗੱਲ ਲੰਮੀ ਹੁੰਦੀ ਆ, ਸਾਡੇ ਕੋਲੇ ਨੇ ਰੋਟੀ ਲੈ ਕੇ ਆਏ, ਆਂਦੇ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਖਾਣ ਲਈ, ਅਸੀਂ ਆ ਸਾਨੂੰ 3 ਰੁਪਏ ਤੇ 60 ਪੈਸੇ ਸਾਨੂੰ ਮਿਲਦੇ ਉੱਥੇ ਜੋਧਪੁਰ ਜੇਲ੍ਹ 'ਚ, ਜੋ ਉਹਦਾ ਆਉਂਦਾ ਹੁੰਦੇ ਦਿਓ। ਹੁਣ 3 ਰੁਪਏ ਤੇ 60 ਪੈਸੇ ਦਾ ਆਉਂਦਾ ਕੁਛ ਨਹੀਂ, ਉਹ ਉਹਨਾਂ ਦਿਲ 'ਚ ਵੀ ਇਹ ਦੂਜੀ ਮੰਗ ਮੂੰਗ ਕੋਈ ਕਰਨਗੇ ਵੀ ਸਾਨੂੰ ਆਹ ਲਿਆ ਕੇ ਦਿਓ, ਕਿਉਂਕਿ ਸਾਨੂੰ ਇੱਥੇ ਬੜੇ ਭੁੱਖ ਅਸੀਂ ਵੇਖੀ ਜੇਲ੍ਹਾਂ 'ਚ ਵੀ ਤੇ ਇੱਥੇ। ਉਹ ਖੀਰ ਤੇ ਜਦੋਂ ਅਸੀਂ ਨਾ ਮੰਨੇ ਤੇ ਉਹਨਾਂ ਨੇ ਉਹ ਲੈ ਆਉਂਦਾ ਸਾਡੇ ਲਈ ਇੱਕ ਆਪਣੀ ਦਾਲ ਲੈਂਦੀ ਤੇ 4-4 ਫੁਲਕੇ ਲੈਂਦੇ, ਇੱਕ ਮੈਨੂੰ ਫੜਾ ਦੇ ਤੇ ਇੱਕ ਉਹ ਰੈਸਟ ਹਾਊਸ ਦੇ ਵਿੱਚ ਸੰਧੂ ਦੂਜੇ ਕਮਰੇ ਉਹਨੂੰ ਲੈ ਗਏ। ਮੈਂ ਕਿਹਾ ਸਾਨੂੰ ਇਕੱਠੇ ਕਰੋ, ਅਸੀਂ ਪ੍ਰਸ਼ਾਦਾ ਇਕੱਠਾ ਛਕਣਾ। ਅੱਛਾ, ਉਹ ਵੀ ਵੇਰ ਗਿਆ, ਮੈਂ ਵੀ ਵੇਰ ਗਿਆ, ਉਹਨੇ ਸਾਨੂੰ ਚਲੋ ਇਕੱਠੇ ਕਰਤਾ ਤੇ ਅਸੀਂ ਉਹ ਜਿਹੜੇ ਪ੍ਰਸ਼ਾਦੇ ਸੀ ਉਹ ਸਤਨਾਮ ਵਾਹਿਗੁਰੂ ਆ ਕੇ ਤੋਂ ਛਕ ਲਏ। ਪਹਿਲਾਂ ਉਹਨਾਂ ਦੀ ਟੋਇਆ ਵੀ ਇਹ ਖਾਣ ਪੀਣ ਦੇ ਉੱਤੇ ਲਾਲਚ ਕਰਦੇ ਆ, ਬਿਲਕੁਲ ਜੇ ਕਰਨਗੇ ਤੇ ਫਿਰ ਇਹ ਦੂਜਾ ਵੀ ਕਰ ਜਾਣਗੇ। ਚਲੋ ਫਿਰ ਇਹ ਗੱਲਬਾਤ ਚੱਲਦੀ ਰਹੀ, ਫਿਰ ਉਹ ਗੱਲਬਾਤ ਨਾ ਕਿਸੇ ਸਿਰੇ ਚੜੀ ਤੇ ਸਾਨੂੰ ਫਿਰ ਉਹ ਲੈ ਜੇਲ੍ਹ 'ਚ, ਫਿਰ ਦੂਜੀ ਵਾਰੀ ਲੈ ਕੇ ਗਏ, ਫਿਰ ਗੱਲਬਾਤ ਚਲੀ। ਉਹ ਆਂਦੇ ਹਾਰ ਕੇ ਤੀਜੀ ਵਾਰੀ ਸਾਨੂੰ ਇਹ ਗੱਲ ਆਂਦੇ ਆ, ਜਦੋਂ 4 ਵਾਰ ਸਾਨੂੰ ਟੋਟਲ ਖੜਿਆ ਤਕਰੀਬਨ ਡੇਢ ਕੁ ਮਹੀਨਾ। 4 ਵਾਰੀ ਰਾਜੀਵ ਗਾਂਧੀ ਨਾਲ ਮੁਲਾਕਾਤ? ਨਹੀਂ, ਪਹਿਲਾਂ ਥੱਲੇ ਵਾਲਿਆਂ ਨਾਲ ਕਰਾਉਂਦੇ ਸੀ ਜੀ ਜੀ, ਜਿਹੜੀਆਂ ਮਗਲੀਆਂ 2 ਮੁਲਾਕਾਤਾਂ ਉਹਨਾਂ ਨਾਲ ਹੋਈਆਂ ਜੀ ਜੀ। ਉਹਦੇ 'ਚ ਇਹ ਗੱਲ ਹੋਈ ਵੀ ਤੁਸੀਂ ਦੱਸੋ ਫਿਰ ਚਾਹੁੰਦੇ ਕੀ ਜੇ? ਮੈਂ ਕਿਹਾ ਚਾਹੁੰਦੇ ਵੀ ਰਾਜੀਵ ਗਾਂਧੀ ਜੀ ਅਕਾਲ ਤਖ਼ਤ ਸਾਹਿਬ ਤੇ ਮਾਫੀ ਮੰਗਣ ਤੇ ਸਾਡੀ ਗੱਲ ਤਾਂ ਸ਼ੁਰੂ ਹੋਣੀ ਜੇ, ਤੇ ਅਸੀਂ ਇਸ ਤਰ੍ਹਾਂ ਗੱਲਬਾਤ ਕਰਕੇ ਸਾਨੂੰ ਤਾਂ ਸਿੱਖਾਂ ਨੇ ਮਾਰ ਦੇਣਾ ਵੀ ਤੁਸੀਂ ਗਦਾਰ ਹੋ ਗਏ ਜੇ, ਇਹ ਨਹੀਂ ਕਰ ਸਕਦੇ। ਰਾਜੀਵ ਗਾਂਧੀ ਸ਼ਰੀਫ ਹੀ ਵਹਿ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੇ, ਤੇ ਡਰਾਕਲ ਵੀ ਸੀ। ਠੀਕ ਹੈ। ਉਹ ਮਾਫੀ ਮੰਗਣ ਲਈ ਤਿਆਰ ਉੱਥੇ ਹੋ ਗਿਆ ਸੀ। ਠੀਕ ਹੈ। ਉਹਨੂੰ ਮਗਰੋਂ ਕਾਂਗਰਸ ਨੇ ਮਾਫੀ ਨਹੀਂ ਮੰਗਣ ਦਿੱਤੀ। ਠੀਕ ਹੈ। ਫਿਰ ਉਹਨਾਂ ਦੇ ਚਲੋ ਮਾਫੀ ਮੰਗ ਲੈਂਦੇ, ਤੁਸੀਂ ਮੰਗ ਦੱਸੋ ਕੀ, ਤੋਂ ਖਾਲਿਸਤਾਨ ਦੀ ਗੱਲ ਛੱਡ ਦਿਓ ਸਾਨੂੰ ਕਹਿਣ। ਅਸੀਂ ਆਹ ਖਾਲਿਸਤਾਨ ਦੀ ਗੱਲ ਤਾਂ ਅਸੀਂ ਅੱਗੇ ਵੀ ਕਦੇ ਨਹੀਂ ਕੀਤੀ, ਤੁਹਾਂ ਸਾਡੇ ਮੂੰਹ 'ਚ ਪਾਈ ਹੈ ਕਿ ਗੱਲ। ਸੰਤ ਵੀ ਆਂਦੇ ਹੁੰਦੇ ਸੀ ਕਿ ਮੰਗਿਆ ਨਹੀਂ, ਜੇ ਦੇ ਦੇਣਗੇ ਤਾਂ ਲੈ ਲਵਾਂਗੇ। ਕੀ ਸੰਤ ਜਰਨੈਲ ਸਿੰਘ ਇੱਥੇ ਆਮ ਹੀ ਕਹਿੰਦੇ ਸੀ। ਬਿਲਕੁਲ ਜੀ। ਤੇ ਮੈਂ ਕਿਹਾ ਨਾਲੇ ਉਹ ਆਂਦੇ ਦਰਬਾਰ ਸਾਹਿਬ ਦਾ ਜਦੋਂ ਹਮਲਾ ਆ ਗਿਆ ਉਹਦਾ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਠੀਕ ਹੈ। ਤੇ ਇਹ ਤਾਂ ਤੁਹਾਂ ਆ ਵੀ ਸਾਰਾ ਕੁਝ ਕੀਤਾ ਸੀ, ਤਾਂ ਇਹਦੇ 'ਚ ਕੁਝ ਮੰਗਿਆ ਨਹੀਂ, ਨਾ ਹੁਣ ਮੰਗਦੇ ਨੇ ਉਦੋਂ ਹੀ ਸਾਡੇ ਕੋਲ ਦਿਲ 'ਚ ਇਹ ਗੱਲ ਨਹੀਂ। ਜੀ ਜੀ। ਉਹ ਕਹਿੰਦੇ ਚਲੋ ਅਸੀਂ ਆਹ ਤੁਸੀਂ ਐਂ ਕਰੋ, ਤੁਸੀਂ ਖਾਲਿਸਤਾਨ ਤੋਂ ਸੋਹਣਾ ਸਾਨੂੰ ਕੋਈ ਚੀਜ਼ ਦੇ ਦਿਓ, ਚਲੋ ਖਾਲਿਸਤਾਨ ਰਹਿਣ ਦਿਓ, ਸਾਨੂੰ ਖਾਲਿਸਤਾਨ ਤੋਂ ਕੋਈ ਚੰਗੀ ਚੀਜ਼ ਦੇ ਦਿਓ। ਉਹ ਆਂਦੇ ਤੁਸੀਂ ਦੱਸੋ ਜੀ। ਮੈਂ ਕਿਹਾ ਕਿ ਤੁਹਾਡੇ ਵੱਡਿਆਂ ਨੇ, ਮੈਂ ਤੇ ਰਮਿੰਦਰ ਸਿੰਘ ਸੰਧੂ ਨੇ ਸਲਾਹ ਕੀਤੀ ਅਸੀਂ ਪਹਿਲਾਂ, ਇੱਕ ਤੁਹਾਡੇ ਵੱਡਿਆਂ ਨੇ ਸਾਡੇ ਵੱਡਿਆਂ ਨੇ ਇੱਕ ਵਾਅਦਾ ਕੀਤਾ ਸੀ ਜੰਗੇ ਆਜ਼ਾਦੀ 'ਚ, ਕਿਉਂਕਿ ਜੰਗੇ ਆਜ਼ਾਦੀ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ 80% ਉਹ ਸਿੱਖਾਂ ਨੇ ਕੀਤੀਆਂ। ਫਾਂਸੀ ਦੇ ਫੰਦਿਆਂ ਤੇ ਸਿੱਖ ਚੜੇ, ਘਰ ਸਿੱਖਾਂ ਦੇ ਉਜੜ ਗਏ, ਔਰ ਸਾਰਿਆਂ ਲੋਕਾਂ ਨੇ ਜਿੱਥੇ ਹਿੰਦੁਸਤਾਨ ਦੇ ਕੁਰਬਾਨੀਆਂ ਕੀਤੀਆਂ ਉਹਦੇ 'ਚੋਂ 80% ਸਿੱਖਾਂ ਨੇ ਕੀਤੀਆਂ ਨੇ ਜੀ। ਤੇ ਤੁਹਾਡੇ ਵੱਡਿਆਂ ਨੇ ਕਿ ਸਾਡੇ ਵੱਡਿਆਂ ਨੇ ਵਾਅਦਾ ਕੀਤਾ ਹੈ ਕਿ ਉੱਤਰੀ ਭਾਰਤ 'ਚ ਤੁਹਾਨੂੰ ਅਸੀਂ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਜਿਹੜਾ ਉਹ ਮਾਣ ਸਕਣਗੇ, ਤੇ ਉਹ ਦੇ ਦਿਓ। ਉਹ ਰਾਜੀਵ ਗਾਂਧੀ ਆਂਦਾ ਵੀ ਇਸ ਗੱਲ ਤੇ ਵਿਚਾਰ ਹੋ ਸਕਦੀ ਆ। ਉਹਨਾਂ ਨੇ ਇਸ ਗੱਲ ਤੇ ਵਿਚਾਰ ਕੀਤੀ ਉਸ ਟਾਈਮ ਤੇ, ਵਿਚਾਰ ਕੀਤੀ। ਵਿਚਾਰ ਤੋਂ ਬਾਅਦ ਸਾਨੂੰ ਫਿਰ ਉਹ ਜੇਲ੍ਹ ਚ ਲੈ ਗਏ, ਵਾਪਸ ਭੇਜ, ਕਿਉਂਕਿ ਰਿਮਾਂਡ ਖਤਮ ਹੋ ਜਾਂਦਾ ਹੈ ਸਾਨੂੰ ਉਹਨਾਂ ਨੇ ਉੱਥੇ। ਠੀਕ ਹੈ। ਜਦੋਂ ਸਾਨੂੰ ਚੌਥੀ ਵਾਰ ਲੈ ਕੇ ਗਏ ਆ ਤੇ ਮੈਨੂੰ KPS ਗਿੱਲਾਂ ਦਾ ਹੈ, ਮੈਂ ਕਿਹਾ ਗਿੱਲ ਸਾਹਿਬ ਤੁਸੀਂ ਆਂਦਾ, ਮੈਨੂੰ ਆਂਦਾ ਤੇਰਾ ਪਿਤਾ ਵੀ ਚਲਾ ਗਿਆ, ਭਰਾ ਵੀ ਚਲਾ ਗਿਆ, ਤੁਸੀਂ ਇਕੱਲੇ ਜੇ ਹੁਣ ਤੁਹਾਡਾ ਪਰਿਵਾਰ ਨਾਸ ਹੋ ਜਾਣਾ। ਗਿੱਲ ਸਾਹਿਬ ਗੱਲ ਸੁਣ ਲਓ, ਨਾਸ ਨਹੀਂ ਹੋਣਾ। ਸਿੱਖ ਇਤਿਹਾਸ 'ਚ ਜਿਨ੍ਹਾਂ ਦੇ ਆਪਣੇ ਸ਼ਹੀਦ ਹੋ ਗਏ, ਨਾਸ ਹੋ ਗਏ ਤਾਂ ਅਮਰ ਹੋ ਗਿਆ, ਤੇ ਸਾਡਾ ਪਰਿਵਾਰ ਵੀ ਅਮਰ ਹੋ ਜਾਊਗਾ। ਜੇ ਮੈਨੂੰ ਮਾਰ ਦਿਓਗੇ ਤਾਂ ਅਮਰ ਹੀ ਹੋ ਜਾਊਗਾ। ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਇਹ ਪਰਿਵਾਰ ਨਾਸ ਹੋ ਜਾਊਗਾ। ਨਾਸ ਸਿੱਖ ਇਤਿਹਾਸ 'ਚ ਨਹੀਂ ਹੁੰਦਾ, ਅਮਰ ਹੁੰਦਾ। ਅੱਛਾ, ਮੈਂ ਇਹਨੂੰ ਕਿਹਾ ਮੈਨੂੰ ਨਹੀਂ ਪਤਾ, ਅਸੀਂ ਵੀ ਗਿੱਲ ਜੇ। ਮੈਂ ਕਿਹਾ ਤੁਸੀਂ ਗਿੱਲ ਜੇ, ਕਿਹੜੇ ਗਿੱਲ ਜੇ, ਪਰ ਅਸੀਂ ਵੀ ਗਿੱਲ ਆ। ਉਹ ਮੈਨੂੰ ਪਰਲੇ ਦਾ ਫੜ ਕੇ ਜਾ ਕੇ ਆਂਦਾ ਤੁਸੀਂ ਮੁੱਖ ਮੰਤਰੀ ਬਣ ਜਾਓ, ਤੁਹਾਨੂੰ ਆਫਰ ਦੇਣ ਡਏ ਆ। ਤੇ ਮੈਂ ਕਿਹਾ ਮੁੰਡੇ ਕੌਣ? ਮੈਂ ਤਾਂ ਮੁੰਡੇ ਨਹੀਂ ਮਾਰਨੇ। ਉਹ ਕਹਿੰਦਾ ਨਹੀਂ, ਮੁੰਡੇ ਆਪਣੇ ਜਿਹੜੇ ਆ ਤੁਸੀਂ ਬਾਕੀ ਕੰਟਰੋਲ। ਮੈਂ ਕਿਹਾ ਮੈਂ ਨਹੀਂ ਇਹ ਗੱਲ 'ਚ ਸਹਿਮਤ ਹੁੰਦਾ, ਤੁਹਾਂ ਮੁੰਡੇ ਮਾਰਨੇ ਆ। ਰਾਜ ਬਣ ਗਿਆ ਤੇ ਸਰਕਾਰ ਨੇ ਮੁੰਡੇ ਮਾਰਨੇ ਨੇ, ਤੇ ਮੈਂ ਉਹ ਮੁੰਡੇ ਮਾਰਨ ਸ਼ਾਮਲ ਹੁੰਦਾ, ਕਿਉਂਕਿ ਮੈਂ ਉਹ ਧਿਰ ਵੱਲੋਂ ਇੱਥੇ ਆਇਆ। ਮੈਂ ਉਹ ਸਿੱਖਾਂ ਦੀ ਧਿਰ ਦੀ ਇੱਥੇ ਰਿਪਰੈਜ਼ੈਂਟ ਕਰ ਰਿਹਾ ਹਾਂ, ਜਿਹੜੇ ਸਿੱਖਾਂ ਨੇ ਸੰਘਰਸ਼ ਲੜਿਆ, ਟਕਸਾਲ ਨੇ ਤੇ ਫੈਡਰੇਸ਼ਨ ਨੇ, ਮੈਂ ਤਾਂ ਉਹਦੇ ਲਵਾਇਆ। ਅੱਛਾ, ਉਹਨੇ ਮੈਨੂੰ ਬੜਾ ਜ਼ੋਰ ਇਸ ਗੱਲ ਹੀ ਲਾਇਆ ਨਾਲ। ਮੈਨੂੰ ਜਦੋਂ ਮੈਂ ਨਹੀਂ ਮੰਨਿਆ, ਮੈਨੂੰ ਪਰੇ ਕਰਕੇ ਆਂਦਾ ਪਰਲੇ ਦਾ ਬਰਨਾਲੇ ਦੀ ਗੱਲ ਵੀ ਚੱਲਣ ਡਈ ਆ, ਬਲਵੰਤ ਸਿੰਘ ਦੀ ਚੱਲਣ ਡਈ ਆ, ਸੰਤ ਜੀ ਦੀ ਗੱਲ ਚੱਲਣ ਡਈ ਆ, ਤੇ ਜੇ ਤੁਸੀਂ ਨਾ ਮੰਨੇ ਤੇ ਫਿਰ ਉਹੀ ਉੱਧਰ ਸਮਝੌਤਾ ਹੋ ਜਾਣਾ। ਮੈਂ ਕਿਹਾ ਮੈਂ ਕਮ ਸੋ ਕਮ ਜਿਹੜਾ ਹੈ ਉਹ ਇਹ ਗੱਲ ਬਿਲਕੁਲ ਮੰਨਣ ਨੂੰ ਤਿਆਰ ਨਹੀਂ ਗਾ। ਹਾਂ, ਜੇ ਤੁਸੀਂ ਆਪਣੇ ਜਿਹੜੀ ਉਹ ਹੈਗੀ ਆ ਖਿੱਤੇ ਵਾਲੀ ਗੱਲ, ਉਹਦੇ ਖਿੱਤੇ ਵਾਲੀ ਗੱਲ 'ਚ ਕੀ ਹੈ, ਮੈਂ ਕਿਹਾ ਉਹ 370 ਧਾਰਾ ਹੈ ਜਿਹੜੀ ਤੁਸੀਂ ਜੰਮੂ ਕਸ਼ਮੀਰ ਵਾਲੇ ਦਿੱਤੀ ਆ, ਉਹ ਸਿੱਖਾਂ ਨੂੰ ਦੇ ਦਿਓ। ਹੁਣ ਤਾਂ ਇਹਨਾਂ ਨੇ ਖੋਲ੍ਹ ਹੀ ਆ ਨਾ ਉਹਨਾਂ ਤੋਂ। ਉਦੋਂ ਇਹ ਗੱਲ ਚੱਲਦੀ ਹੁੰਦੀ ਸੀ ਇੱਥੇ, ਆਪਣੇ ਸਿੱਖਾਂ 'ਚ ਵੀ ਚੱਲਦੀ ਸੀ, ਸਿੱਖ ਪੰਥ 'ਚ ਵੀ ਚੱਲਦੀ ਸੀ, ਪੰਜਾਬ 'ਚ ਵੀ ਚੱਲਦੀ ਸੀ। ਔਰ
ਜਦੋਂ ਇਹ ਗੱਲ ਇਹਨਾਂ ਨੂੰ ਬਰਨਾਲੇ ਨੂੰ ਪਤਾ ਲੱਗਾ, ਚਾਹੇ ਬਲਵੰਤ ਸਿੰਘ ਨੂੰ ਪਤਾ ਲੱਗਾ, ਕਿਉਂਕਿ ਸੰਤ ਜੀ ਜਿਹੜੇ ਸੀ, ਸੰਤ ਹਰਚੰਦ ਸਿੰਘ ਜੀ ਸੀ, ਉਹ ਸ਼ਰੀਫ ਸੀਗੇ ਜੀ। ਉਹ ਬਹੁਤਾ ਮਤਲਬ ਰਾਜਨੀਤੀ ਬਾਰੇ ਉਹਨਾਂ ਨੂੰ ਵਰਗਲਾਇਆ ਨਾਲ ਜੀ। ਬਲਵੰਤ ਸਿੰਘ ਤੇ ਬਰਨਾਲੇ ਦਾ ਉਹਦੇ ਚ ਕਸੂਰ ਆ ਬਹੁਤਾ, ਠੀਕ ਹੈ। ਔਰ ਇਹਨਾਂ ਨੇ ਜਦੋਂ ਇਹਨਾਂ ਨਾਲ ਗੱਲ ਚੱਲਦੀ ਸੀ ਤੇ ਇਹ ਬਰਨਾਲੇ ਨੂੰ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਜੇ? ਕਹਿੰਦੇ ਕੁਛ ਵੀ ਨਹੀਂ, ਸਾਡੀ ਸਰਕਾਰ ਬਣਾ ਦਿਓ, ਅਸੀਂ ਆਪੇ ਆਪਣੇ ਬੰਦੇ ਛੱਡ ਲਾਂਗੇ ਤੇ ਚੰਡੀਗੜ੍ਹ ਸਾਨੂੰ ਦੇ ਦਿਓ। ਮੇਰੇ ਨਾਲ ਜਦੋਂ ਗੱਲ ਹੁੰਦੀ ਸੀ, ਤੁਹਾਡੇ ਨਾਲ ਗੱਲਬਾਤ ਸ਼ੁਰੂ ਹੋ ਗਈ, ਚੰਡੀਗੜ੍ਹ ਉਧਰ ਹੀ ਸ਼ਿਫਟ ਕਰ ਦਿਆਂਗੇ, ਪੰਜਾਬ ਦੇ ਪਾਣੀ ਦਾ ਮਸਲਾ ਤੁਹਾਡਾ ਹੱਲ ਹੋਊਗਾ, ਚੰਡੀਗੜ੍ਹ ਦਾ ਜਿਹੜਾ ਤੁਹਾਨੂੰ ਉਧਰ ਹੀ ਦੇ ਦਿਆਂਗੇ ਸ਼ਾਮ ਨੂੰ ਅਸੀਂ, ਔਰ ਪੰਜਾਬੀ ਬੋਲਦੇ ਇਲਾਕੇ ਤੁਹਾਨੂੰ ਦਿਆਂਗੇ। ਇਹ ਜਦੋਂ ਜਿਹੜੀ ਸਾਡੇ ਨਾਲ ਤਫਸੀਲ 'ਚ ਗੱਲ ਹੋਈ ਸੀ, ਤੁਸੀਂ ਆਂਦੇ ਜੋ ਟਾਈਮ ਥੋੜਾ ਮਤਾਨ ਨਾ ਕੋਈ ਨਹੀਂ, ਮਤਲਬ ਬਹੁਤ ਵੱਡਾ ਤੁਸੀਂ ਮੈਂ ਬੇਨਤੀ ਕਰ ਰਿਹਾ ਹਾਂ। ਅੱਜ ਜਦੋਂ ਇਹਨਾਂ ਦੇ ਕੋਲੇ ਇਹ ਗੱਲ ਹੋਈ, ਇਹਨਾਂ ਨੂੰ ਦੱਸਿਆ ਜਾ ਕੇ ਵੀ ਮੁੰਡਿਆਂ ਦਾ ਨਹੀਂ ਤਾਂ ਬਣ ਜਾਣਾ ਜੇ ਮੁੱਖ ਮੰਤਰੀ, ਉਹਨਾਂ ਦੀ ਸਰਕਾਰ ਬਣ ਜਾਣੀ ਏ। ਮੈਨੂੰ ਕਿਹਾ ਵੀ ਉਹਨਾਂ ਦੀ ਬਣ ਜਾਣੀ ਆ। ਮੈਂ ਕਿਹਾ ਵੀ ਅਸੀਂ ਤਾਂ ਸੰਤਾਂ ਤੋਂ ਸੁਣਦੇ ਰਹੇ ਆ, ਅਸੀਂ ਤਾਂ ਦਿੱਲੀ ਦੀ ਗੱਲ ਕੋ ਮੰਨ ਕੇ ਜਾਣੀ ਨਹੀਂ ਕਿ ਕੋਈ ਲਾਲਚ ਲੈ ਕੇ ਜਾਣਾ ਨਹੀਂਗਾ, ਉਹਨਾਂ ਦੀ ਹੁੰਦੀ ਉਹਨਾਂ ਨਾਲ ਕਰ ਲਓ, ਠੀਕ ਹੈ। ਅਸੀਂ ਇਹ ਜੀ ਉੱਥੇ ਹੀ ਜਦੋਂ ਸਾਡੀ ਚੌਥੀ ਮੀਟਿੰਗ ਸੀ ਜਿੱਦਣ ਜੀ, ਤੇ ਉੱਥੇ ਉਹ ਕਮਰੇ 'ਚ ਮੇਰੇ ਵਾਲੇ 'ਚ ਨਹੀਂ, ਸੰਧੂ ਵਾਲੇ ਕਮਰੇ 'ਚ ਜਦੋਂ ਲੱਗਾ ਸੀ ਉਹ ਟੀਵੀ ਵੀ ਜੀ, ਹਰਮਿੰਦਰ ਸਿੰਘ ਸੰਧੂ ਜੀ ਬਹੁਤ ਸਿਆਣਾ ਹੈ ਬੰਦੇ, ਠੀਕ ਹੈ। ਤੇ ਉਹ ਮੈਂ ਬਾਥਰੂਮ ਮੈਨੂੰ ਆਂਦੇ ਆ ਪ੍ਰਧਾਨ ਜੀ ਬਾਹਰ ਨਿਕਲਿਆ, ਉਹ ਮੈਂ ਕੀ ਗੱਲ ਆ? ਉਹ ਕਹਿੰਦਾ ਜੋਧਪੁਰ ਜੇਲ੍ਹ ਚੱਲ ਗਏ। ਹਾਸੇ ਨਾ ਹੀ ਭਰਾ ਹਨ, ਇੱਕ ਦਿਨ ਬੜਾ ਹੱਸਦੇ ਹੁੰਦੇ ਹਾਂ ਵੀ ਦੀ ਮਖੌਲ ਵੀ ਕਰ ਲਈ। ਮੈਂ ਕੀ ਗੱਲ ਹੋ ਗਈ? ਕਹਿੰਦਾ ਉਧਰ ਆਪਣੇ ਬਰਨਾਲੇ ਹੋਣੀ ਤਾਂ ਗੁਲਾਬ ਜਾਮੁਨ ਨੂੰ ਖਾਣ ਡਿਆ, ਸਮਝੌਤਾ ਹੋ ਗਿਆ ਉਧਰ ਦਾ। ਉਹ ਮੈਂ ਕਿਹਾ ਚੰਗਾ ਭਰਾ, ਆਪਾਂ ਗਦਾਰੀ ਤੋਂ ਬਚ ਗਏ, ਆਪਾਂ ਨੂੰ ਨਾ ਕੌਮ ਨੇ ਛੱਡਣਾ ਸੀ ਨਾ ਖਾੜਕੂਆਂ ਛੱਡਣਾ ਸੀ, ਬਚ ਗਏ ਆ ਤਾਂ ਠੀਕ ਆ, ਜੇਲ੍ਹ ਭੁਗਤ ਲਾਂਗੇ ਜੇ ਜ਼ਿੰਦਗੀ ਹੋਈ ਤੇ ਆਪਾਂ ਆ ਜਾਾਂਗੇ, ਨਾ ਹੋਊਗੀ ਤੇ ਫਿਰ ਜਿੱਥੇ ਦੂਜੇ ਆਪਣੇ ਭਰਾ ਗਏ ਆਪਾਂ ਵੀ ਚੱਲ ਜਾਾਂਗੇ। ਉਹ ਵੀ ਇਹ ਗੱਲ ਅੰਦਰ ਸੀ, ਕੀ ਬਾਤ, ਉਹ ਵੀ ਇਹ ਗੱਲ ਅੰਦਰ ਸੀ ਜੀ ਜੀ। ਅੱਜ ਉਹ ਹੈ ਨਹੀਂ, ਬਿਲਕੁਲ ਹੈ ਜੀ। ਕੌਮ ਦੇ ਨਾਲ ਜਿਵੇਂ ਤੁਸੀਂ ਦੇਖਿਆ ਕਿ ਭਾਈ ਮਨਜੀਤ ਸਿੰਘ ਹੋਣਾ ਨੇ ਕਿੱਡਾ ਗਹਿਰਾ ਰਾਜ, ਕਿੱਡੀ ਕੌੜਾ ਸੱਚ ਇੱਕ ਦੱਸਿਆ ਤੁਹਾਨੂੰ। ਰਾਜਨੀਤੀ ਚਾਲਾਂ ਜਿਹੜੀਆਂ ਨੇ, ਰਾਜਨੀਤੀ ਕੋਈ ਅੱਜ ਦੀਆਂ ਨਹੀਂ, ਇਹ ਬੜੀਆਂ ਪੁਰਾਣੀਆਂ ਚੱਲਦੀਆਂ। ਰਾਜੇ ਮਹਾਰਾਜਿਆਂ ਵੇਲੇ ਵੀ ਐਸੇ ਸੌਦੇਬਾਜ਼ੀਆਂ ਹੋਣੀਆਂ, ਕਿਸੇ ਨੂੰ ਖਰੀਦਣਾ, ਕਿਸੇ ਨੂੰ ਤੋੜਨਾ ਮਰੋੜਨਾ ਤੇ ਕਤਲ ਕਰ ਦੇਣੇ, ਐਸੋ ਜਿਹੀਆਂ ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ। ਹੁਣ ਮੈਨੂੰ ਜਦੋਂ ਜਿਸ ਤਰ੍ਹਾਂ ਤੁਸੀਂ ਵੀ ਕਹਿਤਾ ਹੈ ਨਾ ਇੱਕ ਗੱਲ ਜੀ, ਵੀ ਤੁਹਾਡੇ ਢੈਂਦੀ ਕਲਾ ਕਿਸ ਤਰ੍ਹਾਂ ਹੋਈ ਜੀ ਜੀ। ਢੈਂਦੀ ਕਲਾ ਨਹੀਂ, ਸਾਡੀ ਸਿਧਾਂਤ ਤੇ ਖਲੋਣ ਵਾਲੇ ਬੰਦੇ ਜਿਹੜੇ ਆ ਜੀ, ਜਾਂ ਤਾਂ ਸਿਧਾਂਤ ਰਹੂਗਾ ਜੀ ਤੇ ਜਾਂ ਕੁਰਸੀ ਰਹੂਗੀ, ਦੋ ਗੱਲਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਤੁਸੀਂ ਸਿਧਾਂਤ ਨੂੰ ਚੁਣਿਆ, ਦੋ ਗੱਲਾਂ ਨਹੀਂ ਜੇ ਰਹਿ ਸਕਦੀਆਂ। ਮੈਂ ਇਹ ਵੱਜ ਗੱਜ ਕੇ ਸੰਸਾਰ ਭਰ ਦੀ ਸੰਗਤ ਨੂੰ ਕਹਿਣਾ ਚਾਹੁੰਦਾ, ਜਾਂ ਤਾਂ ਸਿਧਾਂਤ ਰਹੂਗਾ, ਸਿੱਖੀ ਰਹੂਗੀ, ਤੇ ਜਾਂ ਫਿਰ ਨਿੱਜੀ ਤੌਰ ਤੇ ਸਰਕਾਰਾਂ ਬਣਨਗੀਆਂ। ਇਹ ਦੋ ਗੱਲਾਂ ਇਕੱਠੀਆਂ ਨਹੀਂ ਗਈਆਂ ਜੀ, ਬਿਲਕੁਲ। ਔਰ ਉਸ ਤੋਂ ਬਾਅਦ ਜੋ ਦੂਸਰੀ ਵਾਰ ਮੌਕਾ ਜਿਹੜਾ ਸੀਗਾ, ਜਿਹੜਾ ਨਹੀਂ, ਇਹ ਗੱਲ ਨੂੰ ਆਪਾਂ ਕੰਪਲੀਟ ਕਰ ਲਈਏ ਪਹਿਲਾਂ ਜੀ। ਇੱਥੇ ਕਿਹੜੀ ਜੀ ਜੋ ਕਮੀ ਇਹਦੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਅਸੀਂ ਇਹ ਜਵਾਬ ਦਿੱਤਾ, ਉਧਰ ਸਮਝੌਤਾ ਹੋ ਗਿਆ ਜੀ, ਤੇ ਸਮਝੌਤਾ ਐਡਾ ਗਲਤ ਹੋਇਆ, ਉਹਦੇ ਚ ਮਿਲਿਆ ਕੁਝ ਨਹੀਂ ਸਿੱਖਾਂ ਨੂੰ ਜੀ ਜੀ। ਉਹ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੈਂਟਰ ਦੀ ਸਰਕਾਰ ਨੇ ਧੋਖਾ ਕੀਤਾ, ਸੰਤ ਜੀ ਨਾਲ ਵੀ ਧੋਖਾ ਕੀਤਾ ਉਹਨਾਂ ਨਾਲ। ਇਹਨੂੰ ਤੁਸੀਂ ਧੋਖਾ ਕਹਿੰਦੇ ਕਿ ਸੌਦਾ ਕਹਿੰਦੇ? ਨਹੀਂ, ਮੈਂ ਧੋਖਾ ਇਸ ਕਰਕੇ ਵੀ ਜੋ ਉਹਨਾਂ ਨੇ ਵਾਅਦਾ ਕੀਤਾ, ਦਿੱਤਾ ਤੁਹਾਨੂੰ ਕੁਝ ਨਹੀਂ ਸੀ, ਮੁੱਖ ਮੰਤਰੀ ਦਿੱਤਾ ਜੀ। ਹਾਂ, ਉਹ ਮੈਨੂੰ ਵੀ ਦਿੰਦੇ ਸੀ, ਪਰ ਮੈਂ ਇੰਨੀਆਂ ਕਾਲ ਤੱਕ ਟੱਠੇ ਤੇ ਕੁਰਸੀ ਨਹੀਂ ਹਟਾਉਣਾ ਚਾਹੁੰਦਾ। ਜਿੱਦੀ ਗੜਸ ਦੇ ਨਾਲ, ਜਿੱਡੀ ਜੁਰਤ ਦੇ ਨਾਲ ਤੁਸੀਂ ਉੱਥੇ ਉਹਨਾਂ ਨਾਲ ਗੱਲ ਕਰਦੇ ਸੀ, ਤੁਹਾਨੂੰ ਲੱਗਦਾ ਕਿ ਅੱਜ ਇਹਨਾਂ ਦਾ ਤੁਸੀਂ ਨਾਂ ਲੈ ਰਹੇ ਹੋ, ਉਹਨਾਂ ਨੇ ਐਡੀ ਜੁਰਤ ਦੇ ਨਾਲ, ਐਡੀ ਗੜਸ ਦੇ ਨਾਲ ਗੱਲ ਕੀਤੀ? ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕੀਤੀ ਆ, ਉਹਨਾਂ ਦਾ ਸੌਦਾ ਸਰਕਾਰ ਬਣਾਉਂਦਾ ਹੋਇਆ ਸੀ, ਉਹ ਤੁਹਾਡੇ ਸਾਹਮਣੇ ਹੋ ਗਿਆ ਨਾ, ਫਿਰ ਸੌਦਾ ਹੋ ਗਿਆ, ਇਹਨੂੰ ਸਮਝੌਤਾ ਨਹੀਂ ਕਹਾਂਗੇ। ਮੈਂ ਬੇਨਤੀ ਕਰਨੀ ਚਾਹੁੰਦਾ, ਚਲੋ ਸੌਦਾ ਹੋ ਗਿਆ। ਜਦੋਂ ਕੋਈ ਸੌਦਾ ਹੁੰਦਾ ਨਾ, ਜਾਂ ਜਦੋਂ ਕੌਮਾਂ ਦੀਆਂ ਹੁੰਦੇ ਨੇ ਸਮਝੌਤੇ ਹੁੰਦੇ ਆ, ਉਹਦੇ ਜਿਹੜੇ ਉਹਨਾਂ ਦੇ ਫੜੇ ਹੁੰਦੇ ਆ ਸਾਥੀ ਆ ਨਾ ਜੇਲ੍ਹਾਂ 'ਚ, ਉਹਨਾਂ ਨੂੰ ਛਡਾਉਣ ਦੀ ਗੱਲ ਜ਼ਰੂਰ ਹੁੰਦੀ ਹੈ ਜੀ। ਅਫਸੋਸ ਵੀ ਉਸ ਸਮਝੌਤੇ ਵਿੱਚ ਜੋਧਪੁਰ ਵਾਲਿਆਂ ਨੂੰ ਤੇ ਜਮੇਰ ਵਾਲਿਆਂ ਨੂੰ ਛਡਾਉਣ ਦੀ ਗੱਲ ਨਹੀਂ ਕੀਤੀ ਗਈ, ਨਾ ਪੰਜਾਬ ਦੇ ਲੋਕਾਂ ਨੂੰ ਛਡਾਉਣ ਦੀ ਗੱਲ। ਜਿਹੜਾ ਮੈਨੂੰ ਸਭ ਤੋਂ ਵੱਡਾ ਅਫਸੋਸ, ਭਾਵੇਂ ਵੇਖੋ ਸ਼੍ਰੋਮਣੀ ਅਕਾਲੀ ਦਲ ਨਹੀਂ ਮਾੜਾ, ਸ਼੍ਰੋਮਣੀ ਅਕਾਲੀ ਦਲ ਦੀ ਵੀ ਬੜਾ ਵੱਡਾ ਇਤਿਹਾਸ ਆ, ਕੁਰਬਾਨੀਆਂ ਦਾ, ਸ਼ਹੀਦੀਆਂ ਦਾ, ਪਰ ਅਫਸੋਸ ਜਿਹੜੇ ਉਸ ਟਾਈਮ ਤੇ ਬੰਦੇ ਕਾਬਿਲ ਸੀ ਬਰਨਾਲੇ ਦੇ। ਨਵੀਂ ਪੇੜ ਪੈ ਗਈ, ਨਵੀਂ ਰੀਤ ਚੱਲ ਪਈ, ਕਿਸ ਤਰੀਕੇ ਦੇ ਨਾਲ ਸੈਂਟਰ ਦੇ ਕੋਲੋਂ ਆਪਣੇ ਨਿੱਜੀ ਮਫਾਦਾਂ ਦੇ ਲਈ ਆਪਾਂ ਸਿੱਖ ਕੌਮ ਨੂੰ, ਪੰਥ ਨੂੰ ਵੇਚ ਕੇ ਤੇ ਕਿਹੜੇ ਫਾਇਦੇ ਲੈ ਸਕਦੇ ਆ। ਇੱਕ ਕਹੀਏ ਤਾਂ ਇਹ ਇੱਕ ਰੀਤ ਜਿਹੜੀ ਸੀ, ਇੱਕ ਨਵੀਂ ਪੀੜ੍ਹ ਜਿਹੜੀ ਸੀ। ਮੈਂ ਬੇਨਤੀ ਕਰਨੀ ਚਾਹੁੰਦਾ ਵੀ ਅੱਗ ਜਿਹੜੀ ਸੀ ਨਾ ਜੀ, ਉਹ ਅੰਮ੍ਰਿਤਸਰ 'ਚ ਲੱਗੀ ਸੀ, ਸਮਝੌਤਾ ਜਿਹੜਾ ਜਾ ਕੇ ਉਹ ਸੰਗਰੂਰ 'ਚ ਕਰ ਲਿਆ। ਅੱਗ ਤਾਂ ਇੱਥੇ ਲੱਗੀ ਸੀ ਜੀ, ਸੈਂਟਰ ਨੂੰ ਪਾਣੀ ਤਾਂ ਉੱਥੇ ਪਾਉਣਾ ਚਾਹੀਦਾ ਹੈ ਜਿੱਥੇ ਅੱਗ ਲੱਗੀ ਆ ਜੀ।
ਉਹਨਾਂ ਨੇ ਅੱਗ ਦੇ ਭਾਂਬੜ ਜਿਹੜੇ ਸੀ ਉੱਤੇ ਪਾਣੀ ਨਹੀਂ ਪਾਇਆ, ਉਹਨਾਂ ਦੂਜੇ ਪਾਸੇ ਜਾ ਕੇ ਪਾਇਆ, ਜਿਹੜੇ ਆ ਬਰਨਾਲੇ ਤੇ ਬਲਵੰਤ ਸਿੰਘ ਵਰਗਿਆਂ ਨੂੰ ਜੋੜ ਕੇ, ਜਿਹੜੇ ਲਾਲਚੀ ਸੀ ਤੇ ਜਿਨ੍ਹਾਂ ਨੇ ਪੰਜਾਬ ਦੇ ਕੁਰਬਾਨੀਆਂ ਵੇਚ ਕੇ, ਪੰਜਾਬ ਦੀ ਹਿੱਤ ਵੇਚ ਕੇ ਤੇ ਉਹਨਾਂ ਨੇ ਸਰਕਾਰ ਖੜੀ ਕਰ ਲਈ। ਪਰ ਜਿਹੜਾ ਮੈਨੂੰ ਅਫਸੋਸ ਆ ਜਿਹੜੀ ਗੱਲ ਦਾ, ਇਹ ਸਮਝੌਤੇ 'ਚ ਇੱਕ ਮੈਂਸ਼ਨ ਕਰਾਏ ਵੀ ਇਹ ਦੋਵੇਂ ਅਦਾਲਤਾਂ ਜੋਧਪੁਰ ਤੇ ਅਜਮੇਰ ਵਾਲੀਆਂ ਬਣੀਆਂ ਰਹਿਣਗੀਆਂ ਉਸੇ ਤਰ੍ਹਾਂ। ਅਫਸੋਸ ਇਸ ਗੱਲ। ਓਹ ਬੜੀ 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 ਮਾੜੀ ਗੱਲ ਹੈ। ਮਤਲਬ ਪਿੱਠ ਵਿਖਾਈ ਕੌਮ ਨਾਲ ਗੱਦਾਰੀ ਕੀਤੀ, ਔਰ ਉਸ ਗੱਦਾਰੀ ਨੂੰ ਵੀ ਇਤਿਹਾਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਲਿਖਿਆ ਜਾਏਗਾ ਇਸੇ ਤਰ੍ਹਾਂ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ? ਵੇਖੋ ਲਿਖਿਆ ਕਿ ਮੇਰਾ ਲਿਖਿਆ ਗਿਆ ਹੋਣਾ ਕਿ ਹੁਣ ਤੱਕ ਹੀ ਕਈ ਕਿਤਾਬਾਂ ਲੋਕਾਂ ਲਿਖਤੀਆਂ ਨੇ। ਬੜਾ ਵੱਡਾ ਧੋਖਾ ਹੋਇਆ ਸੀ। ਫਿਰ ਅਸੀਂ 5 ਸਾਲ ਜੋਧਪੁਰ ਜੇਲ੍ਹ 'ਚ ਸਾਨੂੰ ਕਿਸੇ ਇਹਨਾਂ ਨਹੀਂ ਛਡਾਇਆ, ਸਾਨੂੰ ਕੋਈ ਹਿਊਮਨ ਰਾਈਟਸ ਵਿੱਚ ਸਾਨੂੰ ਛਡਾਇਆ ਗੁਰੂ ਰਾਮਦਾਸ ਸਾਹਿਬ ਨੇ। ਸਾਨੂੰ ਕੋਈ ਛਡਾਉਂਦਾ, ਜਿਹੜਾ ਖਾਲਸਾ ਪੰਥ ਅਸਲੀ ਸੀ ਨਾ ਬਾਹਰ, ਜਾਂ ਜਿਹੜੇ ਕੋਈ ਆਪਣੇ ਸਿੱਖ ਜਥੇਬੰਦੀਆਂ ਸੀ ਜਾਂ ਹਿਊਮਨ ਰਾਈਟਸ ਸੀ, ਉਹ ਸਾਡੀ ਰਿਹਾਈ ਦੀ ਮੰਗ ਕਰਦੀਆਂ ਰਹੀਆਂ। ਔਰ ਉਹਨਾਂ ਦਾ ਸਦਕਾ ਤੇ ਜਿਹੜੀਆਂ ਅੰਦਰ ਮੇਰੇ ਖਿਆਲ ਜਦੋਂ ਜੇਲ੍ਹ 'ਚ ਰਹੇ ਨਾ, ਹਰੇਕ ਬੰਦਾ ਜਿਹੜਾ ਉਹਨੇ ਘੱਟ ਤੋਂ ਘੱਟ ਮੇਰਾ 10 ਸਹਿਜ ਪਾਠ ਕੀਤੇ ਹੋਣੇ। ਬੜੀ ਬਾਣੀ ਪੜ੍ਹੇਗੀ ਜੋਧਪੁਰ ਜੇਲ੍ਹ 'ਚ। ਜੋਧਪੁਰ ਜੇਲ੍ਹ ਨੂੰ ਇੱਕ ਮੈਂ ਸਮਝਦਾ ਵੀ ਗੁਰਦੁਆਰੇ ਵਾਲਾ ਰੂਪ ਜਿਹੜਾ ਇਹ ਮਿਲ ਗਿਆ। ਜਿੰਨੇ ਸਿੰਘ ਉੱਥੇ ਬਾਣੀ ਪੜ੍ਹਦੇ ਸੀ, ਬੜੇ ਸਿੰਘ ਬਾਣੀ ਪੜ੍ਹਦੇ, ਕੀਰਤਨ ਸਿੱਖ ਕੇ, ਕਥਾ ਸਿੱਖ ਕੇ ਲੋਕ। ਔਰ ਜਿਹੜੇ ਅਨਪੜ੍ਹ ਗਏ ਸੀ ਉਹਦੇ 'ਚੋਂ ਕਈ BA ਕਰਕੇ ਆਏ ਤੇ ਕਈ ਖਾਲੀ ਦੇ ਖਾਲੀ ਵੀ ਆ ਗਏ ਤਾਸ਼ਾਂ ਖੇਡ ਕੇ। ਥੋੜੇ ਬੰਦੇ ਇਹੋ ਜਿਹੇ ਵੀ ਸੀ। ਔਰ ਜਿਹੜੀਆਂ ਅਰਦਾਸਾਂ ਸੀ ਤੇ ਬਾਹਰਲੇ ਪੰਥ ਦੀਆਂ, ਉਹਨੇ ਸਾਨੂੰ ਰਿਹਾਈ ਬਖਸ਼ੀ ਆ। ਮੈਂ ਗੁਰੂ ਰਾਮਦਾਸ ਸਾਹਿਬ ਦਾ ਧੰਨਵਾਦ ਕਰਦਾ। ਆਹ ਜ਼ਿੰਦਗੀ ਸਾਨੂੰ ਬੋਨਸ ਮਿਲੀ ਆ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ। ਇਹ ਜੋ ਅੱਜ ਭਾਈ ਮਨਜੀਤ ਸਿੰਘ ਸਾਡੇ ਵਿਚਕਾਰ ਨੇ, ਸੋ ਉਹਨਾਂ ਦੀ ਕਿਰਪਾ ਦੇ ਨਾਲ ਮੰਨਦੇ ਨੇ ਕਿ ਗੁਰੂ ਰਾਮਦਾਸ ਦੀ ਰਹਿਮਤ ਹੈ। ਅਜੇ ਸੇਵਾ ਕੌਮ ਦੀ ਜਿਹੜੀ ਹੈ ਉਹ ਹੈ ਵਾ ਇਹਨਾਂ ਦੇ ਕਰਮਾਂ ਦੇ ਵਿੱਚ, ਉਹ ਕਰਨੀ ਹੈ। ਇਸ ਕਰਕੇ ਅੱਜ ਇਹ ਸਾਡੇ ਵਿਚਕਾਰ, ਕੌਮ ਦੇ ਵਿਚਕਾਰ ਹੈਗੇ ਨੇ। ਦੂਸਰਾ ਮੌਕਾ ਫਿਰ ਕਦੋਂ ਮਿਲਿਆ ਜੀ, ਜਦੋਂ ਮੁੱਖ ਮੰਤਰੀ ਤੁਹਾਡੀ ਸਰਕਾਰ ਪਤਾ ਚੱਲਿਆ ਕਿ ਬਣ ਗਈ ਸੀ? ਬਣਦੀ ਨਹੀਂ ਬਣਨੀ ਸੀ ਗਈ। 1991 ਵਿੱਚ ਇਲੈਕਸ਼ਨ ਆ ਗਈ ਜੀ ਪੰਜਾਬ ਦੀ। ਔਰ ਉਹ ਇਲੈਕਸ਼ਨ ਜਿਹੜੇ ਆ, ਸਾਰੇ ਖਾੜਕੂ ਧਿਰਾਂ ਜਿਹੜੀਆਂ ਸੀ ਉਹ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੀਆਂ ਜੀ। ਮੈਂ ਉਹਨਾਂ ਸਾਰਿਆਂ ਨੂੰ ਮਿਲਿਆ ਵੀ, ਹੱਥ ਵੀ ਜੋੜੇ ਵੀ ਤੁਸੀਂ ਰਾਜਸੀ ਆਪਦਾ ਜਿਹੜਾ ਇਹ ਫਰੰਟ ਆ, ਇਹਨੂੰ ਨਾ ਤੁਸੀਂ ਮਾਰੋ ਜੀ। ਇਹਨੂੰ ਤੁਸੀਂ ਆਪਦੀ ਢਾਲ ਨੂੰ ਖਤਮ ਨਾ ਕਰੋ। ਅਸੀਂ ਜਾਂਦੇ ਆ ਥਾਣੇ 'ਚ ਲੜਦੇ ਆ, SSPਆਂ ਨਾਲ, DCਆਂ ਨਾਲ, IGਆਂ ਨਾਲ, ਅਸੀਂ ਲੜਦੇ ਜਾ ਕੇ। ਸਾਨੂੰ ਨਾ ਤੁਸੀਂ ਮਤਲਬ ਉਹ ਇਹ ਪਲੇਟਫਾਰਮ ਜਿਹੜਾ ਸਿਆਸੀ, ਇਹਨੂੰ ਖਤਮ ਨਾ ਕਰੋ, ਸਾਨੂੰ ਇਲੈਕਸ਼ਨ ਲੜਨ ਦਿਓ। ਉਹ ਕਹਿੰਦੇ ਇਹ ਲੜ ਨਹੀਂ ਦੇਣੀ। ਉਹਦੇ 'ਚ ਉਹ ਟਾਈਮ ਦੇ ਮੌਜੂਦਾ ਮੈਂ ਨਾਂ ਨਹੀਂ ਹੁਣ ਲੈਣਾ, ਜਾਂ ਨਾਂ ਲਊਂ ਤੇ ਕਿਸੇ ਦਾ ਕੋਈ ਕੜੱਤਣ ਵੀ ਕਿਤੇ ਕਿਸੇ ਦੇ ਮਨਾਂ 'ਚ ਕੋਈ ਆਏਗੀ, ਕਿਉਂਕਿ ਉਹਨਾਂ 'ਚ ਕੁਝ ਬੰਦੇ ਤਾਂ ਸ਼ਹੀਦ ਹੋ ਗਏ, ਕੁਛ ਅਜੇ ਜਿਉਂਦੇ ਜਾਗਦੇ ਗੁੰਮਨਾਮ ਨੇ ਜੀ। ਮੈਂ ਬੇਨਤੀ ਕਰਨੀ ਚਾਹੁੰਦਾ ਹੈ, ਉਹ ਇਲੈਕਸ਼ਨ ਸਾਨੂੰ ਗੁਰਬਚਨ ਸਿੰਘ ਮਾਣੋਚਾਲ ਜਿਹੜੇ ਆ, ਉਸ ਵੇਲੇ BTF ਦੇ ਮੁਖੀ ਸੀ, ਉਹ ਟਕਸਾਲ 'ਚ ਰਹੇ ਸੀ। ਉਹ ਸੰਤਾਂ ਤੋਂ ਪੜ੍ਹੇ ਸੀ, ਭਾਈ ਅਮਰੀਕ ਸਿੰਘ ਦੇ ਨਾਲ। ਮੈਨੂੰ ਵੀ ਉਹ 84 ਤੋਂ ਪਹਿਲਾਂ ਜਾਣਦੇ ਸੀ ਜੀ। ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ, ਫੈਡਰੇਸ਼ਨ ਤੇ ਭਰੋਸਾ ਕੀਤਾ। ਉਹਨੇ ਸਾਨੂੰ ਸਪੋਰਟ ਕਰਕੇ ਤੇ 1991 ਵਾਲੀ ਇਲੈਕਸ਼ਨ ਲੜਾਈ। ਚਲੋ ਬਾਕੀ ਜਥੇਬੰਦੀਆਂ ਵਿਰੋਧ ਕਰਦੀਆਂ ਜੀ। ਬਾਕੀ ਜਥੇਬੰਦੀਆਂ ਨੇ ਸਾਡੇ 20-25 ਕੈਂਡੀਡੇਟ ਵੀ ਮਾਰਤੇ ਜਿਹੜੇ ਖਿਲਾਰੇ ਸੀ। ਅੱਛਾ, ਸਾਡਿਆਂ ਨਹੀਂ। ਠੀਕ ਹੈ। ਤੇ ਪਰ ਉਹ ਇਲੈਕਸ਼ਨ ਜਿਹੜੀ ਸੀ, ਜਦੋਂ ਅਸੀਂ ਜਿੱਤਦੇ ਲਾਗੇ ਚਲੇ ਗਏ ਤੇ ਕੁਛ ਆਪਣੇ ਵੀਰਾਂ ਨੇ ਵੀ ਤੇ ਕੁਛ ਸੈਂਟਰ ਸਰਕਾਰ ਨੇ ਵੇਖ ਲਿਆ ਵੀ ਇਹ ਤਾਂ ਸਰਕਾਰ ਜਿਹੜੀ ਆ ਨੌਜਵਾਨਾਂ ਦੀ ਬਣ ਚੱਲੀ ਆ। ਠੀਕ ਹੈ। ਉਹਨਾਂ ਨੇ ਉਹ TN ਸੈਸ਼ਨ ਨੂੰ ਕਹਿ ਕੇ ਤੇ ਉਹ ਜਿਹੜਾ ਇਲੈਕਸ਼ਨ ਸੀ ਨੂੰ ਪੋਸਟਪੋਨ ਕਰਾਤਾ। ਠੀਕ ਹੈ। ਪੋਸਟਪੋਨ ਹੋਣ ਤੋਂ ਬਾਅਦ ਜਦੋਂ 92 'ਚ ਇਲੈਕਸ਼ਨ ਆਈ ਤੇ ਅਸੀਂ ਉਹ ਇਲੈਕਸ਼ਨ ਫਿਰ ਲੜਨਾ ਚਾਹੁੰਦੇ। ਠੀਕ ਹੈ। ਉਦੋਂ ਖਾੜਕੂਆਂ ਜਥੇਬੰਦੀਆਂ ਨੇ ਟਕਸਾਲ ਤੇ ਪ੍ਰਭਾਵ ਪਾਇਆ, ਮਾਨ ਨੂੰ ਡਰਾਇਆ ਔਰ ਮੈਨੂੰ ਡਰਾਇਆ। ਮੇਰੇ ਮਗਰ ਬੜੇ ਪਏ ਸੀ, ਮੇਰੇ ਸਾਥੀਆਂ ਦੇ ਮਗਰ ਬੜੇ ਪਏ ਸੀ ਜੀ। ਕੋਈ ਸਾਡੇ ਸਿੰਘ ਉਹਨਾਂ ਨੇ ਆਪਣੇ ਮਾਰ ਵੀ ਦਿੱਤੇ ਜੀ। ਔਰ ਜੇ ਉਹਨਾਂ ਦਾ ਮੈਂ ਜ਼ਿਕਰ ਕਰਾਂ ਤੇ ਅੱਜ ਮੇਰਾ ਹਿਰਦਾ ਜਿਹੜਾ ਉਹ ਫਟਦਾ ਵੀ ਮੈਂ ਕਿਹਨੂੰ ਕਹਾਂ ਵੀ ਭਰਾ ਨੇ ਭਰਾ ਨੂੰ ਮਾਰਤਾ। ਕੀ ਮੈਂ ਕਮਾਏ ਗੱਲ, ਮੇਰਾ ਮੈਂ ਅਜੇ ਸਿੱਖ ਹਾਂ, ਮੇਰਾ ਅਜੇ ਇਹ ਗੱਲ ਕਈ ਕਹਿਣ ਨੂੰ ਜੇ ਦਿਲ ਵੀ ਨਹੀਂ ਕਰਦਾ, ਕਿਉਂਕਿ ਅਸੀਂ ਧਾਰਮਿਕ ਪਰਿਵਾਰ ਨਾਲ ਸੰਬੰਧਿਤ ਹਾਂ, ਆਪ ਸੰਤਾਂ ਦੇ ਪਰਿਵਾਰ ਨਾਲ ਜੀ। ਉਹ ਵੀ ਮਾਰਤੇ। ਕਈ ਵਾਰ ਇੱਥੇ ਇਹ ਵੀ ਵਿਉਂਤਾਂ ਚੱਲੀਆਂ ਵੀ ਫੈਡਰੇਸ਼ਨ ਵਾਲਿਆਂ ਦਾ ਭੋਗ ਨਾ ਭੋਗ ਮਲਾਈ ਚੱਲ ਗਈ ਜੀ। ਵੀ ਇਹਨਾਂ ਨੂੰ ਇਹ ਜਿਹੜੀ ਇਲੈਕਸ਼ਨ ਲੜਨ ਦੀਆਂ ਗੱਲਾਂ ਕਰਦੇ ਸਰਕਾਰਾਂ ਬਣਾਉਂਦੀਆਂ, ਸਾਡਾ ਕੋਈ ਨਿੱਜੀ ਮਫਾਦ ਨਹੀਂ ਸੀ ਉਹਦੇ ਵਿੱਚ ਵੀ ਅਸੀਂ ਮੁੱਖ ਮੰਤਰੀ ਬਣ ਕੇ ਤੇ ਅਸੀਂ ਕੋਈ ਆਪਦਾ ਨਿੱਜੀ ਲਾਭ ਲੈਣਾ ਚਾਹੁੰਦੇ ਨਹੀਂ। ਜ਼ੁਲਮ ਦਾ ਰਾਜ ਖਤਮ ਕਰਨਾ ਚਾਹੁੰਦੇ ਹਾਂ। ਤੇ ਪੰਜਾਬ ਦੇ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਗੱਲ ਸੀ, ਮੈਂ ਇੱਥੇ ਕਹਿਣੀ ਚਾਹੁੰਦਾ, ਜਿਹੜੀ ਸਿੱਖ ਮੰਗਦੇ ਸੀ, ਉਹਦੀ ਗੱਲ ਤਾਂ ਮੂਰਤੀਮਾਨ ਹੁੰਦੀ ਸੀ ਜੇ ਲੋਕਾਂ ਵੱਲੋਂ ਚੁਣੇ ਹੋਈ ਅਸੈਂਬਲੀ ਦੇ ਲੋਕ ਕਹਿੰਦੇ
ਜੇ ਮੈਂ ਚੁਣਿਆ ਹੋਇਆ ਬੰਦਾ ਕੋਈ ਗੱਲ ਕਹਿੰਦਾ ਨਾ ਜੀ, ਬਿਲਕੁਲ। ਸਾਡੇ ਨਾਲ ਧੱਕਾ ਹੋਇਆ, ਜ਼ੁਲਮ ਹੋਇਆ, ਜੀ। ਤਸ਼ੱਦਦ ਹੋਇਆ, ਤੇ ਸਾਨੂੰ ਆ ਜਿਹੜੇ ਆਪਣਾ ਖਿੱਤਾ ਚਾਹੀਦਾ, ਜੀ। ਤੇ ਮੇਰੀ ਗੱਲ ਦਾ ਵਜਨ ਜਿਹੜਾ ਹੈ ਉਹ 1000 ਗੁਣਾ ਵੱਧ ਸੀ ਜੀ। ਤੇ ਜੇ ਮੈਂ ਐਜ਼ ਇਕੱਲਾ ਹੁਣ ਮਨਜੀਤ ਸਿੰਘ ਗੱਲ ਕਰਦਾ, ਭਾਈ ਮਨਜੀਤ ਸਿੰਘ ਬਗੈਰ ਅਹੁਦੇ ਤੋਂ, ਬਗੈਰ ਰਾਜਨੀਤਿਕ ਤਾਕਤ ਤੋਂ, ਬਗੈਰ ਖਾੜਕੂ ਵੀਰਾਂ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ ਜੀ, ਔਰ ਸਾਨੂੰ ਡਰਾਇਆ ਧਮਕਾਇਆ, ਟਕਸਾਲ ਨੂੰ ਡਰਾਇਆ ਧਮਕਾਇਆ, ਮਾਨ ਵੀ ਡਰਿਆ, ਭਾਵੇਂ ਹੁਣ ਮੰਨੇ ਜਾਂ ਨਾ ਮੰਨੇ, ਮੰਨਿਆ ਸਾਡੇ ਕੋਲ ਕਈ ਵਾਰ ਵਰਬਲੀ ਵੀ, ਮਾਨ ਸਾਹਿਬ ਵੀ, ਔਰ ਵੇਰ ਕੇ ਜਿਹੜਾ ਸੀ ਸਾਨੂੰ ਰਾਜ ਭਾਗ ਸਾਡੇ ਤੋਂ ਖੋ ਕੇ ਤੇ ਬਿਆਨ ਸਿੰਘ ਨੂੰ ਦਿੱਤਾ। ਉਹਦੇ ਤੇ ਨਤੀਜੇ ਬਿਆਨ ਸਿੰਘ ਜਿਹੜਾ ਨਤੀਜੇ ਸਾਰਿਆਂ ਨੇ ਦੇਖੇ। ਨਤੀਜੇ ਕੀ ਨਿਕਲੇ, ਉਹ ਅਸੀਂ ਤਾਂ ਸਿਆਸੀ ਤੌਰ ਤੇ ਖਤਮ ਹੋਈ, ਜਿਹੜੀ ਤੁਸੀਂ ਆਂਦੇ ਫੈਡਰੇਸ਼ਨ ਦੀ ਢੀਂਦੀ ਕਲਾ ਕਿਉਂ ਹੋਈ, ਕਿਸੇ ਨੇ ਨਹੀਂ ਕੀਤੀ। ਉਹ ਮਾਨਵਚਾਲ ਨੇ ਇੱਕ ਕਵਿਤਾ ਲਿਖੀ, ਹਾਲ ਪਾਰਿਆ ਓਏ ਹਾਲ ਪਾਰਿਆ, ਦੁਸ਼ਮਣਾਂ ਤੋਂ ਵੱਧ ਮੈਨੂੰ ਦੋਸਤਾਂ ਨੇ ਮਾਰਿਆ। ਅੱਜ ਭਾਈ ਮਨਜੀਤ ਸਿੰਘ ਆਪਦੇ ਦੋਸਤਾਂ ਦਾ ਮਾਰਿਆ, ਅੱਜ ਜਿਹੜਾ ਜ਼ਿੰਦਗੀ ਨੂੰ ਧੱਕੇ ਦੇ ਰਿਹਾ ਹੈ, ਔਰ ਮੇਰਾ ਮਨ ਵੀ ਰੋਂਦਾ, ਔਰ ਮੇਰਾ ਜਿਹੜਾ ਨਾ ਅੱਜ ਦੁਖੀ ਵੀ ਮੈਂ ਬੜਾ ਵੀ ਅਫਸੋਸ। ਜਿਹੜੇ ਕੋਈ ਵੀਰ ਤੁਸੀਂ ਸੋਚਦੇ ਹੋਗੇ ਕਿ ਫੈਡਰੇਸ਼ਨ ਖਰੇ ਇਸੇ ਤਰ੍ਹਾਂ ਸੀ, ਪਨਾਹਗੀਰ ਸੀ, ਇਹ ਫੈਡਰੇਸ਼ਨ ਬਾਦਸ਼ਾਹ ਦੀ ਜਥੇਬੰਦੀ ਸੀ। ਟਕਸਾਲ ਜਿਹੜੀ ਹੈ ਇਹ ਸ਼ਹੀਦਾਂ ਦੀ ਜਥੇਬੰਦੀ, ਫੈਡਰੇਸ਼ਨ ਸ਼ਹੀਦਾਂ ਦੇ ਸੀ। ਇਹ ਭਾਈ ਅਮਰੀਕ ਸਿੰਘ ਦੇ ਖੂਨ ਦੀ ਵਾਰਸ ਸੀ, ਸੰਤ ਜਰਨੈਲ ਸਿੰਘ ਦੇ। ਇਹਦਾ ਪਿੰਡ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲੇ ਨੇ ਬੱਧਾ ਸੀ ਜੀ। ਅਫਸੋਸ ਅੱਜ ਉਹਨਾਂ ਦੀ ਗੱਲ ਕਰਨ ਵਾਲਾ ਜਿਹੜਾ ਉਹ ਕੋਈ ਨਹੀਂਗਾ ਰਹਿ ਗਿਆ। ਤੇ ਜੇ ਮੇਰੀ ਮੈਂ ਭਾਈ ਮਨਜੀਤ ਸਿੰਘ ਬੈਠੇ ਸਾਡੇ ਨਾਲ ਬੈਠੇ, ਤੁਸੀਂ ਕਿੱਦਾਂ ਕਹਿ ਸਕਦੇ ਨਹੀਂ ਰਹਿ ਗਏ? ਨਹੀਂ, ਮੈਂ ਮਾੜਾ ਹਾਂ ਜੀ, ਮੇਰਾ ਮਾੜਾ, ਮੇਰੀ ਗੱਲ ਦੀ ਉਨੀ ਸੁਣਵਾਈ ਨਹੀਂ ਤੁਹਾਂ ਕੀਤੀ, ਤੁਹਾਡਾ ਮੈਂ ਧੰਨਵਾਦ ਕਰਦਾ। ਹੋਰ ਵੀ ਕਈ ਚੈਨਲ ਮੇਰੀ ਗੱਲ ਕਰਦੇ ਆ, ਮੇਰੀ ਨਹੀਂ ਕਰਦੇ, ਉਹ ਸਹੀ ਸੱਚੀ ਗੱਲ ਨੂੰ ਸੰਸਾਰ 'ਚ ਭੇਜਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਸਾਰੇ ਚੈਨਲਾਂ ਧੰਨਵਾਦੀ ਆ। ਪਰ ਮੈਂ ਅੱਜ ਲਵਾਰਸ ਹੋ ਗਿਆ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੇਰਾ ਅੱਜ ਕੇਵਲ ਤੇ ਕੇਵਲ ਗੁਰੂ ਰਹਿ ਗਿਆ, ਮੇਰਾ ਮਨ ਵੀ ਭਾਵਕ ਹੋ ਗਿਆ। ਮੈਂ ਬੜਿਆਂ ਲੋਕਾਂ ਨੂੰ ਕਿਹਾ, ਜਥੇਬੰਦੀ ਦੇ ਮੁਖੀਆਂ ਨੂੰ, ਵੀ ਉਹ ਜਿਹੜੇ ਜਥੇਬੰਦੀ ਦਾ ਮੁਖੀ ਆ ਉਹ ਮਾਂ ਪਿਓ ਹੁੰਦਾ ਹੈ, ਕੋਈ ਸਾਡਾ ਮਾਂ ਪਿਓ ਬਣੋ, ਪਰ ਕੋਈ ਨਹੀਂ ਜੇ ਕਿਸੇ ਦਾ ਬਣਦਾ। ਕੇਵਲ ਤੇ ਕੇਵਲ ਗੁਰੂ ਰਾਮਦਾਸ ਦਾ ਆਸਰਾ ਤੇ ਓਟ ਹੈਗੀ ਆ, ਉਹ ਸਾਡੇ ਤੇ ਬਣੀ ਰਹੇ। ਭਾਈ ਮਨਜੀਤ ਜੀ, ਮੈਨੂੰ ਇੱਕ ਤੁਹਾਡੇ ਨਾਲ ਗੱਲ ਮੈਂ ਸਾਂਝੀ ਕਰਨਾ ਚਾਹੁੰਦਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਸ ਵੇਲੇ ਆਪਣੀ ਸਕਰੀਨ ਦੇ ਉੱਤੇ ਤੁਸੀਂ ਕੁਝ ਚੀਜ਼ ਦੇਖ ਰਹੇ ਹੋਗੇ। ਮੈਂ ਇੱਕ ਵਾਰੀ ਚਾਹਾਂਗਾ ਕਿ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਇੱਥੇ ਫੋਕਸ ਕੀਤਾ ਜਾਵੇ, ਜਿੱਥੇ ਮੇਰੀ ਇਸ਼ਾਰਾ ਜਿੱਧਰ ਮੈਂ ਕਹਿ ਰਿਹਾ। ਇਹ ਜੋ ਸਾਹਮਣੇ ਤੁਸੀਂ ਸਰੂਪ ਦੇਖ ਰਹੇ ਹੋ, ਇਹ ਸਰੂਪ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ, ਭਾਈ ਮਨਜੀਤ ਸਿੰਘ ਜੀ ਦੇ ਪਿਤਾ ਜੀ ਨੇ। ਅਗਰ ਇਹ ਗੱਲ ਜਿਸ ਤਰੀਕੇ ਦੇ ਨਾਲ ਇਸ ਵੇਲੇ ਮੈਂ ਇਹ ਤਸਵੀਰਾਂ ਦੇਖ ਰਿਹਾ, ਜੋ ਇਹਨਾਂ ਦੇ ਸਰੂਪ ਇੱਥੇ ਇਸ ਵੇਲੇ ਸਾਹਮਣੇ ਕੈਮਰੇ ਦੇ ਨਜ਼ਰ ਆ ਰਹੇ ਨੇ, ਅਗਰ ਇਹਨਾਂ ਨੂੰ ਥੋੜ੍ਹਾ ਜਿਹਾ ਮੈਂ ਕਾਲਪਨਿਕ ਤਰੀਕੇ ਦੇ ਨਾਲ ਦੇਖਾਂ ਤਾਂ ਇਸ ਤਰ੍ਹਾਂ ਲੱਗਦਾ ਕਿ ਭਾਈ ਮਨਜੀਤ ਸਿੰਘ ਦੀ ਬੈਕ ਸਾਈਡ 'ਤੇ, ਪਿੱਠ ਦੇ ਉੱਤੇ, ਇਹਨਾਂ ਦੀ ਪਿੱਠ 'ਤੇ ਜੋ ਸਹਾਰਾ ਬਣ ਰਹੇ ਨੇ ਉਹ ਇਹਨਾਂ ਦੇ ਪਿਤਾ ਜੀ ਨੇ, ਸੰਤ ਜੀ। ਔਰ ਉਹਨਾਂ ਦੀ ਗੱਲ ਕਰਾਂ, ਇਹਨਾਂ ਦੇ ਸੱਜੇ ਤੇ ਖੱਬੇ ਅਗਰ ਗੱਲ ਕੀਤੀ ਜਾਵੇ ਤਾਂ ਅਸੀਂ ਦੇਖ ਰਹੇ ਹਾਂ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ। ਸੋ ਇਹਨਾਂ ਦੀ ਸੋਚ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਨਾ ਕੋਈ ਸੰਤ ਕਰਤਾਰ ਸਿੰਘ ਬਣਿਆ ਜੀ, ਨਾ ਕੋਈ ਸੰਤ ਜਰਨੈਲ ਸਿੰਘ ਬਣਿਆ, ਨਾ ਕੋਈ ਭਾਈ ਅਮਰੀਕ ਸਿੰਘ ਬਣਿਆ, ਤੇ ਹੋ ਸਕਦਾ ਵੀ ਅਸੀਂ ਇਹਨਾਂ ਦੇ ਵਰਗੇ ਆਪਣੇ ਕੁਝ ਸਿੰਘ ਜਿਹੜੇ ਆ ਇਹੋ ਜਿਹੀ ਗਵਾਹੀ ਦੇਣ ਵਾਲੇ ਜਾਂ ਇਹੋ ਜਿਹੇ ਜਿਨ੍ਹਾਂ ਸਿਧਾਂਤ ਦੇ ਪ੍ਰਪੱਖ ਆ ਜੀ, ਉਹ ਆਪਣੇ ਡਿੱਗਦੇ ਛੈਂਦ ਅਸੀਂ ਇਹ ਗੁਰੂ ਨੂੰ ਪਿਆਰੇ ਹੋ ਜਾਈਏ। ਸਾਡੀ ਤਮੰਨਾ ਹੈ ਸਾਨੂੰ ਇਹੋ ਜਿਹੇ ਕਿਤੇ ਸੰਤ ਕਰਤਾਰ ਜੀ। ਮੈਂ ਇਹਨਾਂ ਯੋਧਿਆਂ ਦੀ ਜੋ ਤਸਵੀਰ ਤੁਸੀਂ ਦੇਖ ਰਹੇ ਹੋ, ਜੋ ਸਰੂਪ ਦੇਖ ਰਹੇ ਹੋ, ਉਹਦਾ ਸਾਹਮਣੇ ਇੱਕ ਜ਼ਿਕਰ ਕਰਨ ਜਾ ਰਿਹਾ। ਤਾਕਤ ਕੀ ਚੀਜ਼ ਹੁੰਦੀ ਹੈ, ਇਹਨਾਂ ਮਹਾਂਪੁਰਖਾਂ ਦੀਆਂ ਤਾਕਤਾਂ ਕਿਵੇਂ ਕੰਮ ਕਰਦੀਆਂ ਨੇ, ਇਹਨਾਂ ਦੇ ਪਿਆਰ। ਮੈਂ ਬੇਨਤੀ ਹੋਰ ਤੁਹਾਡੀ ਗੱਲ ਨੂੰ ਟੋਕ ਕੇ ਕਰਨੀ ਚਾਹੁੰਦਾ, ਮਾਫੀ ਚਾਹੁੰਦਾ ਜੀ। ਜਦੋਂ ਬੰਦੇ ਲਵਾਰਸ ਹੋ ਜਾਂਦੇ ਆ, ਉਹਨਾਂ ਨੂੰ ਫਿਰ ਕਈ ਬੰਦੇ ਜਿਹੜੇ ਸਾਨੂੰ ਸਾਡਿਆਂ ਨੇ ਕਿਹਾ ਸਰਕਾਰਾਂ ਨਾਲ ਰਲ ਕੇ ਆ ਗਏ ਆ ਜੀ। ਅਫਸੋਸ ਜਿਹੜੇ ਸੱਚ ਨੂੰ ਬੋਲਣ ਵਾਲੇ ਜੀ, ਜੇਲਾਂ ਕੱਟਣ ਵਾਲੇ ਜੀ, ਅੱਜ ਸਰਕਾਰਾਂ ਤਾਂ ਉਹਨਾਂ ਦੀ ਆਵਾਜ਼ ਨੂੰ ਦਬਾਉਂਦੀਆਂ ਹੀ ਨੇ। ਮੈਂ ਸਮਝਦਾ ਕੋਈ ਸਾਡੇ ਜਿਹੜੇ ਵੀਰ ਸੀ ਖਾੜਕੂ, ਉਹ ਵੀ ਸਾਨੂੰ ਜਦੋਂ ਮੈਂ ਜੋਧਪੁਰ ਜੇਲ੍ਹ ਚ ਆਇਆ ਤੇ ਕਹਿਣ ਲੱਗੇ ਤੁਸੀਂ ਸਰਕਾਰ ਨਾਲ ਰਲ ਕੇ ਆ ਗਏ ਜੇ। ਮੈਂ ਕਿਹਾ ਮੈਂ ਇਕੱਲਾ ਨਹੀਂ ਆਇਆ, ਮੇਰੇ ਨਾਲ 363 ਬੰਦੇ ਆ ਗਏ, ਸਾਰੇ ਰਲ ਕੇ ਆ ਗਏ ਜੀ। ਹੈ ਇਹ ਨਾ ਕਹੋ ਇਹਨਾਂ ਦੋ ਗਾਲਾਂ ਕੱਢ ਲਓ ਤੇ ਚੰਗੀ ਗੱਲ ਆ, ਤੁਸੀਂ ਮੇਰੇ ਵਰਗੇ ਬੰਦੇ ਨੂੰ ਇਹ ਗੱਲ ਕਹਿੰਦੇ। ਕੋਈ ਗੱਲ ਨਹੀਂ ਜੀ, ਹਰ ਇੱਕ ਦੀ ਆਪੋ ਆਪਣੇ ਮਨਾਂ ਦੀ ਜਿਹੜੀ ਗੱਲ ਹੈ ਨਾ ਜੀ, ਅਸੀਂ ਕਿਸੇ ਦੇ ਮਨਾਂ ਨੂੰ ਬਦਲ ਨਹੀਂ ਸਕਦੇ। ਸਾਡੇ ਹਰੇਕ ਇਨਸਾਨ ਦੇ, ਭਾਵੇਂ ਜਥੇਬੰਦੀ
ਸ਼ੁਰੂ ਤੋਂ ਜਦੋਂ ਤੋਂ ਵੀ ਚੱਲਦੀਆਂ ਆ ਰਹੀਆਂ ਨੇ ਜਥੇਬੰਦੀਆਂ ਤੋਂ ਮੁਖਾਲਫਤ ਕਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ, ਪਿਆਰ ਕਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ, ਕੁਰਬਾਨ ਹੋਣ ਵਾਲਿਆਂ ਦੀ ਕਮੀ ਨਹੀਂ ਹੁੰਦੀ, ਤੁਹਾਡੇ ਨਾਲ ਖੜਨ ਵਾਲਿਆਂ ਦੀ ਵੀ ਕਮੀ ਨਹੀਂ ਹੁੰਦੀ। ਮੈਂ ਬੇਨਤੀ ਇੱਕ ਤੁਹਾਡੀ ਗੱਲ ਟੋਕ ਕੇ ਕਰਨੀ ਚਾਹੁੰਦਾ, ਫੈਡਰੇਸ਼ਨ ਕਦੀ ਢੈਂਦੀ ਕਲਾ 'ਚ ਨਹੀਂ ਜਾਣੀ ਜੇ ਫੈਡਰੇਸ਼ਨ ਤੋਂ ਬਾਈਕਾਟ ਨਾ ਮੇਰੇ ਤੋਂ ਵੇਰ ਕੇ ਕਰਾਉਂਦੇ ਤੇ। ਠੀਕ ਹੈ। ਜੇ ਫੈਡਰੇਸ਼ਨ ਤੋਂ ਬਾਈਕਾਟ ਨਾ ਕਰਾਉਂਦੇ, ਫੈਡਰੇਸ਼ਨ ਦੇ ਨੌਜਵਾਨਾਂ ਨੂੰ ਨਾ ਮਾਰਦੇ, ਤੇ ਕਦੇ ਫੈਡਰੇਸ਼ਨ ਦੀ ਢੈਂਦੀ ਕਲਾ ਨਹੀਂ ਆਹ ਦਿਨ ਨਹੀਂ ਕਦੇ ਵੇਖਣੇ ਪੈਣੇ, ਨਾ ਖਾੜਕੂਆਂ ਨੂੰ ਇਹ ਦਿਨ ਵੇਖਣੇ ਪੈਣੇ ਜਿਹੜੇ ਆਪਣੇ ਆਪ ਨੂੰ ਸਮਝਦੇ, ਤੇ ਨਾ ਸਾਡੇ ਵਰਗੇ ਬੰਦੇ ਜਿਹੜੇ ਸਿਆਸੀ ਤੌਰ ਤੇ ਪੰਜਾਬ ਦੇ ਵਿੱਚ ਟਕਸਾਲ ਦੀ ਤੇ ਫੈਡਰੇਸ਼ਨ ਦੀ ਜਿਹੜੀ ਸਰਕਾਰ ਬਣਾਉਣੀ ਚਾਹੁੰਦੇ, ਨਾ ਉਹਨਾਂ ਨੂੰ, ਨਾ ਅੱਜ ਸ਼ਹੀਦਾਂ ਦੇ ਪਰਿਵਾਰ ਰੁਲਦੇ। ਅੱਜ ਮਾਵਾਂ ਰੁਲ ਗਈਆਂ, ਭੈਣਾਂ ਦੇ ਭਰਾ ਰੁਲ ਗਏ, ਭੈਣਾਂ ਰੁਲ ਗਈਆਂ, ਔਰ ਉਹਨਾਂ ਦੇ ਬੱਚੇ ਰੁਲ ਗਏ। ਬੜਾ ਅਫਸੋਸ ਮੈਨੂੰ ਹੁੰਦਾ ਵੀ ਅਸੀਂ ਉਹਨਾਂ ਦੀ ਮਦਦ ਕਰਨ ਜੋਗੇ ਨਹੀਂ ਰਹਿ ਗਏ। ਫੈਡਰੇਸ਼ਨ ਦੀ ਤਾਕਤ ਦਾ ਇੱਕ ਛੋਟਾ ਜਿਹਾ ਨਮੂਨਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਹੋ ਸਕਦਾ ਹੈ ਕਿ ਭਾਈ ਮਨਜੀਤ ਸਿੰਘ ਜੀ ਸਤਿਕਾਰ ਤੌਰ ਤੇ ਉਹਨਾਂ ਦਾ ਜ਼ਿਕਰ ਨਾ ਕਰਨ, ਪਰ ਮੇਰਾ ਫਰਜ਼ ਬਣਦਾ ਜਿਹੜੀ ਮੇਰੇ ਕੋਲ ਜਾਣਕਾਰੀ ਮੀਡੀਆ ਦੇ ਕੋਲ ਹੁੰਦੀ ਹੈ, ਅਸੀਂ ਉਹ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਨਾਲ ਦੱਸਣੀ ਜ਼ਰੂਰੀ, ਕਿਉਂਕਿ ਇਸ ਵੇਲੇ ਗੱਲ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਦੇ ਮਾਣ ਸਨਮਾਨ ਦੇ ਨਾਲ ਜੁੜੀ ਹੈ, ਭਾਈ ਮਨਜੀਤ ਸਿੰਘ ਦੇ ਉਸ ਕੱਦ ਦੇ ਨਾਲ ਜੁੜੀ ਹੈ ਜਿਸ ਮੌਕੇ ਇੱਕ ਕਦਾਵਰ ਲੀਡਰ ਸੀ, ਜਿਸ ਮੌਕੇ ਇਹਨਾਂ ਦੀ ਇੱਕ ਆਵਾਜ਼ ਦੇ ਨਾਲ ਇਹ ਪੂਰਾ ਪੰਜਾਬ ਸਾਹ ਲੈਂਦਾ ਸੀ, ਜਾਮ ਹੋ ਜਾਂਦਾ ਸੀ, ਰੁਕ ਜਾਂਦਾ ਸੀ, ਥੰਮ ਜਾਂਦਾ ਸੀ ਔਰ ਚੱਲ ਪੈਂਦਾ ਸੀ। ਇਹ ਉਹ ਨੇ ਭਾਈ ਮਨਜੀਤ ਸਿੰਘ ਜੀ ਸਾਡੇ ਨਾਲ। ਭਾਈ ਮਨਜੀਤ ਸਿੰਘ ਜੀ, ਤੁਹਾਡੇ ਕੋਲ ਟਿਕਟ ਲੈਣ ਵਾਸਤੇ ਵੀ ਕੁਝ ਸਿਆਸੀ ਲੀਡਰ ਪਹੁੰਚੇ ਸੀ, ਔਰ ਮੌਜੂਦਾ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦਾ ਵੀ ਜ਼ਿਕਰ ਆਉਂਦਾ ਕਿ ਉਹ ਵੀ ਤੁਹਾਡੇ ਕੋਲ ਪਹੁੰਚਦੇ ਨੇ, ਆਉਂਦੇ ਨੇ, ਔਰ ਉਹਨਾਂ ਨੂੰ ਤੁਹਾਨੂੰ ਮਿਲਣ ਵਾਸਤੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਸੀ। ਇਹ 'ਚ ਕੀ ਸੱਚਾਈ? ਨਹੀਂ, ਮੈਂ ਉਹਨਾਂ ਦਾ ਸਤਿਕਾਰ ਕਰਦਾ ਹਾਂ ਜੀ, ਕਿਉਂਕਿ ਮੇਰੇ ਪਿਤਾ ਦੇ ਉਹ ਸਾਥੀ ਵੀ ਰਹੇ। ਐਮਰਜੈਂਸੀ ਦੀ ਲੜਾਈ ਜਿਹੜੀ ਆ ਉਹ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨਾਲ ਲੜੀ, ਉੱਥੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲਿਆਂ ਦਾ ਬਹੁਤ ਵੱਡਾ ਯੋਗਦਾਨ ਸੀ। ਉਹ ਜਦੋਂ ਮੇਲੇ ਤੇ ਜਾਂਦੇ ਕਹਿ ਕੇ ਆਉਂਦੇ ਰਹੇ ਹਰ ਮੇਲੇ ਤੇ ਉਹਨਾਂ ਦੇ ਜਨਮ ਸਥਾਨ ਪਿੰਡ ਭੂਰਾ ਕੋਨਾ ਦੇ ਵਿੱਚ। ਜੀ ਬਿਲਕੁਲ। ਫੈਡਰੇਸ਼ਨ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੀ ਤੁਸੀਂ ਗੱਲ ਕੀਤੀ ਉਹਦੀ ਮੈਂ ਗੱਲ ਕਰਨੀ ਚਾਹੁੰਦਾ। ਮੇਰੇ ਕੋਲੇ ਦੇਵੀ ਲਾਲ ਜੀ ਆਏ ਟਿਕਟ ਮੰਗਣ, ਜਿਹੜੇ ਹਿੰਦੁਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਬਣ ਗਏ। ਠੀਕ ਹੈ। ਮੇਰੇ ਕੋਲ ਸੰਬੋਧ ਕਾਂਤ ਸਹਾਇ ਆਇਆ ਜਿਹੜਾ ਇੰਟਰਨਲ ਸਿਕਿਉਰਿਟੀ ਦਾ ਮੰਤਰੀ। ਕਿਹੜੀ ਪਾਰਟੀ ਵੱਲੋਂ ਮੰਗਣ? ਕਿਹਦੇ ਤੋਂ? ਫੈਡਰੇਸ਼ਨ ਤੋਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ, ਜਦੋਂ ਮੈਂ ਉਹਦਾ ਮੁੱਖ ਸੇਵਾਦਾਰ। ਜੀ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬੈਨਰ ਤੇ, ਯਾਨੀ ਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਉਹਦੇ ਨਾਂ ਤੇ ਇਲੈਕਸ਼ਨ ਲੜਨੇ ਚਾਹੁੰਦੇ ਸੀ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬੈਨਰ ਹੇਠਾਂ ਇਲੈਕਸ਼ਨ ਲੜਨੀ ਚਾਹੁੰਦੇ। ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਜੀ ਵੀ ਮੇਰੇ ਕੋਲ ਟਿਕਟਾਂ ਮੰਗਣ ਵਾਸਤੇ ਇੱਥੇ ਆਏ ਸੀ, ਆਪਣੇ ਅੰਮ੍ਰਿਤਸਰ ਸਾਹਿਬ। ਠੀਕ ਹੈ। ਉਹ ਟਕਾਲਾ ਤੇ ਪਟਿਆਲਾ ਦੋ। ਇਹ ਵਿਧਾਨ ਸਭਾ ਦੀਆਂ ਗੱਲ ਕਰ ਰਹੇ ਆਪਾਂ 1991 ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ, ਜਿਹੜੀ ਉਹਦੀਆਂ ਟਿਕਟਾਂ ਸੀ। ਉਹਦੀਆਂ ਟਿਕਟਾਂ ਸੀ। ਅੱਛਾ ਜੀ। ਉਹ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਵੀ ਆਏ, ਮੈਂ ਇੱਜ਼ਤ ਵੀ ਕੀਤੀ ਸੀ ਉਹਨਾਂ ਦੀ। ਜੀ, ਆਇਆਂ ਦੀ ਰਿਸਪੈਕਟ ਵੀ ਕੀਤੀ ਸੀ। ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ। 12 ਟਿਕਟਾਂ ਮੈਂ ਦੇ ਵੀ ਦਿੱਤੀਆਂ ਸੀ। ਜੀ, ਉਹ ਮੈਂ ਬੇਨਤੀ ਕਰਨੀ ਚਾਹੁੰਦਾ। ਮੈਂ ਸਿਰਫ ਇਹਨਾਂ ਮਾੜਾ ਜਿਹਾ, ਤੁਸੀਂ ਨਾਂ ਲਓ, ਮੈਂ ਲੈ ਲੈਣਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਏ ਸੀ। ਵੇਖੋ, ਉਹ ਵੀ ਆਏ, ਔਰ ਉਹਨਾਂ ਵੱਲੋਂ ਸਰਦਾਰ ਸੁਖਜਿੰਦਰ ਸਿੰਘ ਆਏ ਜਿਹੜੇ ਖਹਿਰੇ ਦੇ ਪਿਤਾ ਸੀ। ਠੀਕ ਹੈ। ਜਿਹੜਾ ਖਹਿਰਾ, ਸੁਖਪਾਲ ਖਹਿਰਾ, ਇਹ ਵੀ ਆਇਆ ਮੇਰੇ ਕੋਲੇ। ਠੀਕ ਹੈ। ਸੁਖਪਾਲ ਖਹਿਰਾ ਵੀ ਸਾਡੇ ਕੋਲੇ ਆਇਆ। ਠੀਕ ਹੈ। ਔਰ ਇਹ ਬੰਦੇ ਜਾ ਕੇ ਮਗਰੋਂ ਮਾਣੋ ਚਾਲ ਨੂੰ ਵੀ ਮਿਲੇ। ਠੀਕ ਹੈ। ਖਹਿਰਾ ਵੀ ਮਿਲਿਆ ਤੇ ਨਾਲ ਆਪਣਾ ਦੂਜਾ ਸਰਦਾਰ ਸੁਖਜਿੰਦਰ ਸੋ ਆਖੇ ਸਾਨੂੰ, ਕਿਉਂਕਿ ਮੈਂ ਇਕੱਲਾ ਇੰਡੀਪੈਂਡੈਂਟ ਨਹੀਂ, ਨਾਲ ਟਿਕਟਾਂ ਉਹ ਵੀ ਵੰਡਦੇ ਸੀ। ਠੀਕ ਹੈ। ਉਹ ਮਤਲਬ ਸਾਨੂੰ ਸਪੋਰਟ ਇਕੱਲਾ ਮਾਣੋ ਚਾਲ, ਕਿਉਂਕਿ ਉਹ ਸਿਆਸੀ ਸੂਝ ਉਹਦੀ ਬੜੀ ਵੱਡੀ ਸੀ। ਠੀਕ ਹੈ। ਉਹ ਇਹ ਗੱਲ ਕਹਿੰਦਾ ਹੈ ਜੇ ਸਿਆਸੀ ਧਿਰ ਖਤਮ ਹੋ ਗਈ ਤੇ ਅਸੀਂ ਵੀ ਖਤਮ ਹੋ ਜਾਣਾ, ਸੰਘਰਸ਼ ਖਤਮ ਹੋ ਜਾਣਾ। ਤੇ ਬਾਕੀ ਖਾੜਕੂ ਸਾਰੇ ਉਹਨੂੰ ਇਹ ਗੱਲ ਕਹਿੰਦੇ ਸੀ ਵੀ ਇਹ ਸਰਕਾਰ ਨਾਲ ਰਲਿਆ ਤੇ ਭਾਈ ਮਨਜੀਤ ਸਿੰਘ ਰਲਿਆ। ਅਸਲ 'ਚ ਬਾਅਦ 'ਚ ਨਖੇੜਾ ਸਾਰਾ ਜਿਹੜਾ ਨੇ ਸਮੇਂ ਦੇ ਹਾਲਾਤਾਂ ਨੇ ਕਰ ਦਿੱਤਾ ਸੀ। ਜੀ। ਔਰ ਜਦੋਂ ਉੱਥੇ ਇਹ ਆਏ ਸੀ ਸਰਦਾਰ ਸੁਖਜਿੰਦਰ ਸਿੰਘ ਜੀ, ਉਹਨਾਂ ਕੋਲੇ ਬਾਦਲ ਸਾਹਿਬ ਦਾ ਇੱਕ ਪੱਤਰ ਵੀ ਸੀਗਾ ਜੀ, ਤੇ ਮੈਂ ਉਹਨਾਂ ਨੂੰ 12 ਸੀਟਾਂ ਆਫਰ ਕਰਤੀਆਂ ਸੀ। ਠੀਕ ਹੈ। ਲੇਕਿਨ ਜਦੋਂ ਮੈਂ ਕਰ ਦਿੱਤੀਆਂ, ਦੇਤੀਆਂ, ਉਸ ਤੋਂ ਬਾਅਦ ਉਹ ਟਿਕਟਾਂ ਮਾਣੋ ਚਾਲ ਜੀ ਨੇ ਕੱਟਤੀਆਂ। ਉਹਦੇ ਕਰਕੇ ਮੇਰੇ ਖਿਆਲ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਮੇਰੇ ਨਾਲ ਕਿਤੇ ਨਾ ਕਿਤੇ ਅਜੇ ਵਿਤਕਰਾ ਜਿਹੜਾ ਉਹ ਕਰੀ ਜਾਂਦਾ ਜੇ ਉਹਦੇ 'ਚ, ਕਿਉਂਕਿ ਉਹ ਤਾਂ ਸ਼ਹੀਦ ਹੋ ਗਏ, ਮੈਂ ਜਿਉਂਦਾ ਜਾਗਦਾ ਅਜੇ। ਮੇਰੇ ਨਾਲ ਉਸ ਕਰਕੇ ਵੀ ਮੇਰੇ ਨਾਲ ਜਿਹੜਾ ਹੈ ਉਹ ਸ਼ਾਇਦ ਮੇਰੇ ਨਾਲ ਧੱਕਾ ਜਿਹੜਾ ਹੋਇਆ। ਔਰ ਨਹੀਂ ਤਾਂ ਮੈਂ ਵੀ ਮੰਤਰੀ ਵੀ ਬਣ ਜਾਣਾ ਸੀ, ਮੇਰਾ ਜਿੱਡਾ ਵੱਡਾ ਇਤਿਹਾਸ ਸੀ। ਹਾਂ, ਦੂਜੀ ਗੱਲ ਇਹ ਵੀ ਮੈਂ ਅਕਾਲੀ ਦਲ ਨੂੰ ਛੱਡ ਕੇ ਜਾਂ ਪੰਥ ਨੂੰ ਛੱਡ ਕੇ ਦੂਜੇ ਪਾਸੇ ਨਹੀਂ ਜਾ ਸਕਦਾ। ਇੱਥੇ ਬਾਕੀ ਸਿੰਘ ਕਈ ਚਲੇ ਗਏ, ਉਹ ਜਾ ਕੇ ਐਮਐਲਏ ਵੀ ਬਣ ਗਏ ਆ। ਠੀਕ ਹੈ। ਮੈਂ ਦੂਜੀ ਪਾਰਟੀ ਕਾਂਗਰਸ 'ਚ ਨਹੀਂ ਜਾ, ਮੈਨੂੰ ਬੜੀਆਂ ਆਫਰ ਆਈ ਸੀ ਵੀ ਤੁਸੀਂ ਇਲੈਕਸ਼ਨ ਸਾਡੇ ਨਾਲ ਲੜੋ, ਮੰਤਰੀ ਬਣੋਗੇ। ਠੀਕ ਹੈ। ਮੈਂ ਕਿਹਾ ਮੈਂ ਬਣਾ ਚਾਹੇ ਜ਼ਿੰਦਗੀ 'ਚ ਨਾ ਬਣਾ, ਪਰ ਮੈਂ ਟਕਸਾਲ ਦਾ
ਪੰਥ ਦਾ ਔਰ ਇਹਦਾ ਆਪਣੀ ਦਾ ਫੈਡਰੇਸ਼ਨ ਦਾ ਇਹਨਾਂ ਦਾ ਵਫਾਦਾਰ ਹੋ ਕੇ ਮੈਂ ਰਹਿਣਾ। ਜੀ ਮੈਂ ਇਹ ਜਿਹੜੀ ਗੱਲ ਭਾਈ ਮਨਜੀਤ ਸਿੰਘ ਜੀ, ਆਖਰੀ ਸਵਾਲ ਤੁਹਾਡੇ ਕੋਲ ਲੈ ਰਿਹਾ। ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ 13ਵੇਂ ਮੁਖੀ ਸੀ ਦਮਦਮੀ ਟਕਸਾਲ ਦੇ, ਔਰ ਉਸ ਤੋਂ ਬਾਅਦ 14ਵੇਂ ਮੁਖੀ ਜਿਹੜੇ ਨੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਹੋਏ। ਔਰ ਉਸ ਤੋਂ ਬਾਅਦ ਜੋ ਜਿਸ ਤਰੀਕੇ ਦੇ ਨਾਲ ਤੁਸੀਂ ਹਾਲਾਤ ਦੱਸੇ, ਆਪਾਂ ਗੱਲ ਕੀਤੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਸੋ ਤੁਹਾਨੂੰ ਲੱਗਦਾ ਹੈ ਕਿ ਜੋ ਸੰਤਾਂ ਦੇ ਵੇਲੇ ਦਮਦਮੀ ਟਕਸਾਲ ਦਾ ਕੱਦ ਕਾਠ ਸੀ, ਜੋ ਉਹਦੇ ਕਾਰਜ ਸੀ, ਉਹਦੇ ਕੰਮ ਸੀ, ਮੌਜੂਦਾ ਵੈਸੇ ਹੀ ਨੇ? ਮੈਂ ਤਾਂ ਤੁਸੀਂ ਜਿਹੜੇ ਮੁਖੀ ਬਣੇ ਉਹਨਾਂ ਤੋਂ ਪੁੱਛ ਲਓ, ਮੇਰਾ ਨਾਰਾਜ਼ ਹੋ ਜਾਂਦੇ ਜੇ ਮੈਂ ਕੋਈ ਗੱਲ ਕਰਦਾ। ਨਹੀਂ ਤੁਸੀਂ ਉਹਨਾਂ ਨੂੰ, ਤੁਹਾਨੂੰ ਲੱਗਦਾ, ਤੁਹਾਡਾ ਮਨ ਕੀ ਕਹਿੰਦਾ? ਅਸੀਂ ਕਿਸੇ ਦੇ ਬੇਨਤੀ ਆ ਵੀ ਇਹ ਜਿਹੜਾ ਹੁਣ ਮੌਜੂਦਾ ਨਾ ਗੱਲ ਜੀ, ਉਨੀ ਬਾਕੀ ਦੇ ਨਾਲ ਉਨੀ ਦ੍ਰਿੜਤਾ ਦੇ ਨਾਲ ਪ੍ਰਚਾਰ ਜਿਹੜਾ ਹੈ ਨਾ ਟਕਸਾਲ ਦਾ, ਉਹ ਨਹੀਂ ਹੋ ਰਿਹਾ। ਇਹ ਆਪਾਂ ਨੂੰ ਗੱਲ ਮੰਨਣੀ ਚਾਹੀਦੀ ਹੈ। ਠੀਕ ਹੈ। ਔਰ ਮੇਰੇ ਖਿਆਲ ਆ ਜਿਹੜਾ ਨੇ ਜ਼ਿੰਮੇਵਾਰੀ ਸਿੰਘਾਂ ਨੇ ਸੰਭਾਲੀ, ਉਹ ਵੀ ਇਸ ਗੱਲ ਨੂੰ ਮਹਿਸੂਸ ਜ਼ਰੂਰ ਕਰਦੇ ਹੋਣਗੇ, ਹਰ ਇੱਕ ਸਿੱਖ ਹੀ ਕਰਦਾ। ਠੀਕ ਹੈ। ਔਰ ਜੋ ਸੰਤ ਕਰਤਾਰ ਸਿੰਘ ਜੀ ਨੇ ਪ੍ਰਚਾਰ ਕੀਤਾ, ਉਹਦੇ ਤਲਵਾਰ ਨਾਲ ਨਹੀਂ, ਪ੍ਰਚਾਰ ਨਾਲ ਹੀ ਮਾਰ ਦਿਆਂਗੇ ਵਿਰੋਧੀਆਂ। ਜੀ ਬਿਲਕੁਲ ਹੈ। ਔਰ ਉਹਨਾਂ ਦੀ ਮੱਘਰ ਕੀ ਆਵਾਜ਼, ਤੇ ਮੈਂ ਸਮਝਦਾ ਉਹਨਾਂ ਦੀ ਆਵਾਜ਼ ਤੇ ਉਹਨਾਂ ਦੀ ਗੱਲ 'ਚ ਕਸ਼ਿਸ਼ ਕਿਉਂ ਹੋਈ? ਕਿਉਂਕਿ ਉਹ ਦੁਨਿਆਵੀ ਪਦਾਰਥਾਂ ਤੋਂ ਉੱਪਰ ਸੀ, ਪਰਿਵਾਰਕ ਮੋਹ ਤੋਂ ਉੱਪਰ ਸੀ। ਠੀਕ ਹੈ। ਔਰ ਉਹ ਗੁਰੂ ਨਾਲ ਇੱਕਮਿਕ ਸੀ। ਔਰ ਮੈਂ ਸਮਝਦਾ ਵੀ ਉਹ ਗੁਰੂ ਦਾ ਇੱਕ ਸਿਣਿਆ ਲੈ ਕੇ ਜਿਹੜਾ ਸੰਸਾਰ ਤੇ ਆਏ ਸੀ ਨਾ, ਗੁਰੂ ਤੋਂ ਵਿਸ਼ੇਸ਼ ਬਖਸ਼ਿਸ਼ ਲੈ ਕੇ ਆਏ ਸੀ। ਉਹ ਜਿੱਥੇ ਖਲੋ ਕੇ ਗੱਲ ਕਰ ਦਿੰਦੇ ਸੀ, ਲੋਕ ਸੰਤ ਕਰਤਾਰ ਸਿੰਘ ਹੀ ਹੋ ਜਾਂਦੇ ਸੀ। ਕੀ ਬਾਤ ਹੈ ਜੀ। ਔਰ ਇਸ ਵੇਲੇ ਤੁਹਾਨੂੰ ਲੱਗਦਾ ਹੈ ਕਿ ਦਮਦਮੀ ਟਕਸਾਲ ਵਾਸਤੇ ਵੀ ਤੁਹਾਨੂੰ ਕੋਈ ਹੰਬੜਾ ਮਾਰਨਾ ਚਾਹੀਦਾ? ਬੇਨਤੀ ਕਰਨੀ ਚਾਹੁੰਦਾ ਨਹੀਂ, ਤੁਹਾਨੂੰ ਹੰਬੜਾ ਭਾਈ ਮਨਜੀਤ ਸਿੰਘ ਨੂੰ, ਕਿਉਂਕਿ ਮਨ ਦੇ ਵਿੱਚ, ਕਿਉਂਕਿ ਜਿਨ੍ਹਾਂ ਦਾ ਖੂਨ ਤੁਹਾਡੀਆਂ ਰਗਾਂ ਦੇ ਵਿੱਚ ਦੌੜ ਰਿਹਾ ਹੈ, ਉਹ ਕੋਈ ਮਾਮੂਲੀ ਹਸਤੀ ਨਹੀਂ ਸੀ। ਤੁਸੀਂ ਆਪ ਖੁਦ ਹੀ ਉਹਨਾਂ ਦੇ ਬਾਰੇ ਕਿੰਨਾ ਕੁਝ ਦੱਸਦੇ ਪਏ ਹੋ। ਸੋ ਦਮਦਮੀ ਟਕਸਾਲ ਵਾਸਤੇ ਕੀ ਸੰਤਾਂ ਦੇ ਫਰਜ਼ੰਦ ਜਿਹੜੇ ਨੇ ਉਹਨਾਂ ਦਾ ਕੋਈ ਫਰਜ਼ ਬਣ ਰਿਹਾ? ਮੈਂ ਸਮਝਦਾ ਵੀ ਦਮਦਮੀ ਟਕਸਾਲ ਨੂੰ ਗ੍ਰਹਿਣ ਲੱਗ ਗਿਆ। ਠੀਕ ਹੈ। ਜਿਹੜਾ ਲੱਗਣਾ ਨਹੀਂ ਚਾਹੀਦਾ। ਠੀਕ ਹੈ। ਬੜਾ ਕੁਰਬਾਨੀਆਂ ਦਿੱਤੀਆਂ ਸੀ ਦਮਦਮੀ ਟਕਸਾਲ ਦੇ ਪਲੇਟਫਾਰਮ ਤੇ ਸਿੰਘਾਂ ਨੇ। ਠੀਕ ਹੈ। ਔਰ ਬੜੀਆਂ ਸ਼ਹੀਦੀਆਂ ਹੋਈਆਂ ਨੇ ਫੈਡਰੇਸ਼ਨ ਦੇ ਪਲੇਟਫਾਰਮ ਤੇ। ਠੀਕ ਹੈ। ਤੇ ਮੈਂ ਉਹਨਾਂ ਨੂੰ ਸਾਰੇ ਵੀਰ ਜਿਹੜੇ ਬਣੇ ਇਹਨਾਂ ਨੇ ਸਾਡੇ ਟਕਸਾਲਾਂ ਦੇ ਮੁਖੀ, ਮੈਂ ਉਹਨਾਂ ਨੂੰ ਕਹਿਣਾ ਹੈ ਵੀ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ। ਠੀਕ ਹੈ। ਤੇ ਤੁਸੀਂ ਇਕੱਠੇ ਹੋ ਕੇ ਸਾਰੇ, ਜੇ ਕੋ ਤੁਹਾਡਾ ਵਿਧੀ ਵਖਰੇਵਾ ਹੈਗਾ ਹੈ, ਕਿਉਂਕਿ ਵਖਰੇਵੇਂ ਕਰਕੇ ਹੀ ਵੱਖੋ ਵੱਖਰੇ ਨੇ ਜੀ, ਭਾਵੇਂ ਮੇਰਾ ਮੂੰਹ ਛੋਟਾ ਤੇ ਗੱਲ ਵੱਡੀ ਆ, ਪਰ ਮੈਂ ਇਹਨਾਂ ਦਾ ਬੇਟਾ ਹੋਣ ਦੇ ਨਾਤੇ, ਭਾਈ ਅਮਰੀਕ ਸਿੰਘ ਦਾ ਭਰਾ, ਸੰਤ ਜਰਨੈਲ ਸਿੰਘ ਦਾ ਯਾਰ ਹੋਣ ਦੇ ਨਾਤੇ, ਯਾਰ ਵੀ ਸੀ ਸਾਡਾ, ਭਰਾ ਵੀ ਸੀ। ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹੈ ਕਿ ਜੇ ਮੇਰੇ 'ਚ ਕੋਈ ਗਲਤੀ ਆ ਤੇ ਮੈਂ ਵੀ ਉਹਦੀ ਮਾਫੀ ਮੰਗਣ ਨੂੰ ਤਿਆਰ ਹਾਂ। ਠੀਕ। ਕਿਉਂਕਿ ਆਂਦੇ ਆ ਵੀ ਜਦੋਂ ਕੋਈ ਗੱਲ ਕਰਨੀ ਪਹਿਲਾਂ ਘਰ ਤੋਂ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਬਿਲਕੁਲ। ਠੀਕ ਹੈ ਨਾ। ਜੇ ਮੇਰੇ ਤੋਂ ਵੀ ਕੋਈ ਕਤਾਈਆਂ ਹੋਈਆਂ ਨੇ, ਕਿਉਂਕਿ ਇਨਸਾਨ ਜਿਹੜਾ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਨਾਲੇ ਦੂਜੇ ਭੁੱਲਣ ਹਾਰ ਸਭ ਕੋ ਆ ਭੁੱਲ ਗੁਰੂ ਕਰਤਾਰ। ਗੁਰੂ ਹੀ ਆ ਭੁੱਲਾ, ਬੰਦਾ ਤਾਂ ਗਲਤੀਆਂ ਦਾ ਪੁਤਲਾ ਹੈ, ਮੈਂ ਵੀ ਗਲਤੀਆਂ ਦਾ ਪੁਤਲਾ। ਠੀਕ ਹੈ। ਹਾਂ, ਜੇ ਕੋਈ ਮਤਲਬ ਉਹਨਾਂ ਦੇ ਵਿੱਚ ਰੰਜਿਸ਼ ਹੈਗੀ ਆਵੇ ਦੀ, ਤੇ ਜੇ ਮੈਂ ਨੰਗੇ ਪੈਰੀ ਗੱਲ 'ਚ ਪਰਨਾ ਪਾ ਕੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਵੀ ਟਕਸਾਲ ਵੀ ਇੱਕ ਥਾਂ ਤੇ ਹੋਵੇ, ਹੈੱਡਕੁਆਟਰ ਵੀ ਉਹੀ ਆਪਣਾ, ਕਿਉਂਕਿ ਮੇਰੇ ਪਿਤਾ ਨੇ ਬੜਾ ਖੂਨ ਪਸੀਨਾ ਇੱਕ ਕਰ ਕਰਕੇ ਮਹਿਤਾ ਸਾਹਿਬ ਦਾ ਗੁਰਦੁਆਰਾ ਸਾਹਿਬ ਬਣਾਇਆ ਸੀਗਾ, ਬੜਾ ਹੀ ਮਤਲਬ ਹਾਂਜੀ। ਔਰ ਜਿੰਨਾ ਉਹਨਾਂ ਨੇ ਮਿਹਨਤ ਕੀਤੀ ਸੀ, ਜਿੰਨਾ ਦੋ ਬੰਦੇ ਡੂੰਘਾ ਉਹਨਾਂ ਨੇ ਆਪਣਾ ਛੱਪੜ ਪੂਰਿਆ ਸੀ ਤੇ ਮਹਾਂਪੁਰਖਾਂ ਦੀ ਯਾਦਗਾਰ ਬਣਾਈ ਸੀ, ਉਹ ਵੀ ਮੈਂ ਸਮਝਦਾ ਹੈ ਕਿ ਮੇਰਾ ਰੋਣ ਨਿਕਲ ਜਾਂਦਾ ਜਦੋਂ ਮੈਂ ਸਾਰੀਆਂ ਗੱਲਾਂ ਵਿਹੜਾ ਤੇ ਸੁਣਦਾ ਕਿ ਇਹ ਕੁਛ ਹੋਣਾ ਹੈ ਮਗਰੋਂ ਜੀ। ਭਾਈ ਮਨਜੀਤ ਸਿੰਘ ਜੀ, ਤੇ ਮੈਂ ਫੈਡਰੇਸ਼ਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਵੀ ਇਕੱਠੇ ਹੋ ਜੀ, ਤੇ ਟਕਸਾਲ ਵੀ ਇਕੱਠੀ ਹੋਵੇ। ਦੇਖਣਾ ਕਿ ਜੋ ਭਾਈ ਮਨਜੀਤ ਸਿੰਘ ਦੀ ਇਹ ਅਪੀਲ ਹੈ, ਇਹਦੇ ਤੇ ਕੌਣ ਕਿੰਨਾ ਅਮਲ ਕਰਦਾ ਹੈ। ਭਾਈ ਮਨਜੀਤ ਸਿੰਘ ਜੀ, ਕੀ ਸਿਆਸੀ ਪਾਰੀ ਹੁਣ ਜਿੱਦਾਂ ਤੁਸੀਂ ਤੁਹਾਡੇ ਜੋ ਆਉਣ ਵਾਲੇ ਜਿਹੜੀ ਰਣਨੀਤੀ ਹੈ, ਜਾਂ ਤੁਹਾਡੀਆਂ ਗੱਲਾਂ ਤੋਂ ਇੱਕ ਅੰਦਾਜ਼ਾ ਇਸ ਤਰ੍ਹਾਂ ਲੱਗ ਰਿਹਾ ਤੁਹਾਡੇ ਇਸ ਤਰੀਕੇ ਨਾਲ ਕੁਝ ਮਹਿਸੂਸ ਹੋ ਰਿਹਾ ਕਿ ਆਪਾਂ ਨੂੰ ਹੁਣ ਜ਼ਰੂਰੀ ਸਿਆਸੀ ਜਿਹੜੀ ਪਾਰੀ ਆ ਉਹ ਖੇਡਣੀ ਚਾਹੀਦੀ ਹੈ, ਕਿਉਂਕਿ ਜਿੰਨੀ ਦੇਰ ਰਾਜਨੀਤਿਕ ਪਕੜ ਨਾ ਹੋਵੇ, ਤੁਸੀਂ ਹੁਣੇ ਗੱਲ ਕੀਤੀ ਵੀ ਆਪਣੇ ਮੁੱਦੇ ਤੁਸੀਂ ਪ੍ਰੋਪਰ ਨਹੀਂ ਰੱਖ ਸਕਦੇ। ਮੈਂ ਸਮਝਦਾ ਹਾਂ ਕਿ ਗੱਲਾਂ ਮੇਰੇ ਦਿਮਾਗ 'ਚ ਬੜੇ ਵਲਵਲੇ ਆ, ਪਰ ਇਹ ਵਕਤ ਤੋਂ ਪਹਿਲਾਂ ਦੀ ਗੱਲ ਹੈ, ਆਪਾਂ ਨਾ ਛੇੜੀਏ ਜੀ। ਠੀਕ ਹੈ। ਹਾਂਜੀ, ਠੀਕ ਹੈ। ਮੇਰੇ ਦਿਮਾਗ 'ਚ ਬੜੇ ਵਲਵਲੇ ਆ ਜੀ। ਮੈਂ ਜਿਉਂਦਾ ਜਾਗਦਾ ਕਿ ਇਤਿਹਾਸ ਹੀ ਤੁਰਿਆ ਫਿਰਦਾ। ਮੇਰੇ ਹੋਰ ਵੀ ਸਾਥੀ ਹੈਗੇ ਆ, ਉਹਨਾਂ ਦੇ ਦਿਲ 'ਚ ਵੀ ਬੜੀਆਂ ਗੱਲਾਂ ਨੇ, ਬੜੇ ਵਲਵਲੇ ਨੇ। ਤੇ ਪਰ ਹੋ ਸਕਦਾ ਹੈ ਕਿ ਕਈ ਸਿਆਸੀ ਗਰਦਾਂ ਕਰਕੇ, ਕਈ ਆਪਣਿਆਂ ਦੀ ਵਿਰੋਧਤਾ ਕਰਕੇ
ਕਈ ਜਿਹੜਾ ਸਾਨੂੰ ਆਪਣਿਆਂ ਨੇ ਮਾਰਿਆ ਕਰਕੇ ਸਾਡੇ ਦਿਲਾਂ 'ਚ ਬੜਾ ਵੱਡਾ ਕਈ ਜਿਹੜਾ ਰੋਸ ਹੈਗਾ ਹੈ। ਚਲੋ ਇਹ ਪਰ ਇਹ ਸਾਰੇ ਰੋਸ ਸਾਨੂੰ ਭੁੱਲਣੇ ਪੈਣੇ ਆ। ਜੀ 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 ਸਾਨੂੰ ਰੋਸ ਸਾਰੇ ਭੁੱਲਣਾ, ਕਾਂਟਾ ਮਾਰ ਕੇ ਜੀ ਮਗਰਲੀ ਗੱਲ ਨੂੰ ਛੱਡ ਕੇ ਅੱਗੇ ਸਮਝ ਚਲੋ ਨਾ ਦਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਇਹ ਗੱਲ ਸਾਨੂੰ ਕਰਨੀ ਪੈਣੀ। ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਭਾਈ ਮਨਜੀਤ ਸਿੰਘ ਜੀ ਤੁਹਾਡਾ। ਸੋ ਭਾਈ ਮਨਜੀਤ ਸਿੰਘ ਦੀ ਅਪੀਲ ਹੈ ਸਮੁੱਚੀ ਸਿੱਖ ਕੌਮ ਨੂੰ। ਸੋ ਉਹਨਾਂ ਨੇ ਦਮਦਮੀ ਟਕਸਾਲ ਦਾ ਦਰਦ ਵੀ ਦੱਸਿਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਤਿਹਾਸ, ਮੌਜੂਦਾ ਹਾਲਾਤ, ਔਰ ਉਹਨਾਂ ਦੇ ਦਬਦਬੇ ਦੀ ਵੀ ਗੱਲ ਦੱਸੀ ਕਿ ਕਿਵੇਂ ਲਾਈਨਾਂ ਲੱਗ ਕੇ ਰਾਜਨੀਤੀ ਕਰਨ ਵਾਲੇ ਲੋਕ ਟਿਕਟਾਂ ਲੈਣ ਵਾਸਤੇ ਆਉਂਦੇ ਸੀ ਔਰ ਟਿਕਟਾਂ ਦੇ ਨਾਲੇ ਨਵਾਜਦੇ ਸੀ, ਔਰ ਇਹ ਸਰਕਾਰ ਕਿਵੇਂ ਬਣਦੀ ਰਹਿ ਗਈ। ਆਖਿਰ ਕੀ ਕਾਰਨ ਬਣਿਆ ਕਿ ਉਸ ਸਮੇਂ ਉਹ ਵੀ ਇਹਨਾਂ ਨੇ ਦੱਸਿਆ ਕਿ ਕਿਉਂ ਸਰਕਾਰ ਬਣਦੀ ਰਹਿ ਗਈ, ਕਿਵੇਂ ਆਪਣਿਆਂ ਨੇ ਇਹਨਾਂ ਨੂੰ ਮਾਰਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਜਿਸ ਤਰੀਕੇ ਦਾ ਜਜ਼ਬਾ ਹੁਣ ਤੁਹਾਡੇ ਕੋਲ ਕਦੇ ਬੰਦਾ ਜੀ, ਸਿੱਖ ਜਿਹੜਾ ਹੈ ਕਦੇ ਉਹ ਆਪਣਾ ਦਿਲ ਨਹੀਂ ਛੱਡਦਾ। ਜੀ ਜੀ, ਗੁਰਬਾਣੀ ਕਹਿੰਦੀ ਗਾਹਾਂ ਤੂੰ ਤਰੰਗ, ਪਿੱਛਾ ਫੇਰ ਨਾ ਮੋਢੜਾ। ਜੀ ਜੀ ਬਿਲਕੁਲ, ਸਾਰੀਆਂ ਗੱਲਾਂ ਨੂੰ ਭੁੱਲ ਕੇ, ਸਾਰੇ ਦਰਦ ਨੂੰ ਆਪਣੇ ਸੀਨੇ 'ਚ ਸਮੋ ਕੇ, ਤੇ ਮੈਂ ਅਜੇ ਵੀ ਬੜਾ ਆਸਵੰਦ ਆ ਕਿ ਗੁਰੂ ਜ਼ਰੂਰ ਕਿਰਪਾ ਜਿਹੜਾ ਕਰੂਗਾ, ਗੁਰੂ ਜ਼ਰੂਰ ਕਿਰਪਾ ਕਰੂਗਾ। ਬਿਲਕੁਲ ਆਸਵੰਦ ਨੇ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਸੇ ਹੀ ਤਰ੍ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਚੜ੍ਹਦੀ ਕਲਾ 'ਚ ਹੋਏਗੀ, ਜੀ ਦਮਦਮੀ ਟਕਸਾਲ ਵੀ ਚੜ੍ਹਦੀ ਕਲਾ 'ਚ ਹੋਏਗੀ। ਔਰ ਫਿਰ ਜਿਵੇਂ ਪਹਿਲਾਂ ਟਿਕਟਾਂ ਕਦੀ ਭਾਈ ਮਨਜੀਤ ਸਿੰਘ ਹੋਣਾ ਨੇ ਵੰਡੀਆਂ ਨੇ, ਲੋਕਾਂ ਨੇ ਆਣ ਕੇ ਮੰਗੀਆਂ ਨੇ, ਅੱਗੋਂ ਆਉਣ ਵਾਲੇ ਸਮੇਂ 'ਚ ਫਿਰ ਵੈਸਾ ਦੌਰ ਆ ਸਕਦਾ। ਭਾਈ ਮਨਜੀਤ ਸਿੰਘ ਜੀ ਲਾਮਬੰਦ ਹੋ ਰਹੇ ਨੇ, ਸਾਥੀਆਂ ਨੂੰ ਲਾਮਬੰਦ ਕਰ ਰਹੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜਲਦੀ ਜਿਹੜੀ ਹੈ ਸਿੱਖ ਇਤਿਹਾਸ ਦੇ ਵਿੱਚ ਇੱਕ ਸਿਆਸਤ ਦੀ ਨਵੀਂ ਪਾਰੀ ਜਿਹੜੀ ਉਹਦੀ ਸ਼ੁਰੂਆਤ ਹੋਵੇਗੀ। ਉਮੀਦ ਕਰਦੇ ਕਿ ਭਾਈ ਮਨਜੀਤ ਸਿੰਘ ਜੀ ਜੋ ਆਪਣੇ ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਰਹੇ ਨੇ, ਸ਼ਹਾਦਤਾਂ ਭਰਿਆ ਇਹਨਾਂ ਦਾ ਪਰਿਵਾਰ ਹੈ, ਔਰ ਇਹਨਾਂ ਦੀਆਂ ਰਗਾਂ ਦੇ ਵਿੱਚ ਉਹਨਾਂ ਹੀ ਸੰਤਾਂ ਦਾ ਜਿਹੜਾ ਖੂਨ ਦੌੜ ਰਿਹਾ ਹੈ, ਜਿਨ੍ਹਾਂ ਨੂੰ ਸੁਣਨ ਦੇ ਲਈ, ਜਿਨ੍ਹਾਂ ਦੇ ਦਰਸ਼ਨਾਂ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਨਹੀਂ, ਪੂਰੇ ਵਿਸ਼ਵ ਦੇ ਇਕੱਲੇ ਸਿੱਖ ਹੀ ਨਹੀਂ, ਬਾਕੀ ਵੀ ਜਿਹੜੀਆਂ ਹੋਰ ਸੰਗਤਾਂ ਸੀ ਉਹ ਵੀ ਹਰ ਵੇਲੇ ਤਰਸਦੀਆਂ ਸੀ ਔਰ ਮਿਲਦੀਆਂ ਸੀ ਤਾਂ ਰੂਹ ਉਹਨਾਂ ਦੀ ਗਦਗਦ ਹੋ ਜਾਂਦੀ ਸੀ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਤੁਹਾਂ ਮੇਰੇ ਗਰੀਬ ਬੰਦੇ ਦੀ ਆਵਾਜ਼ ਸੰਸਾਰ ਦੇ ਵਿੱਚ ਪਹੁੰਚਾਉਣ ਦਾ ਜਿਹੜਾ ਯਤਨ ਕੀਤਾ, ਮੀਡੀਆ ਨੇ ਫਰਜ਼ ਅਦਾ ਕੀਤਾ ਔਰ ਤੁਹਾਂ ਫਰਜ਼ ਅਦਾ ਕੀਤਾ। ਬਾਹਰਲੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਉਹ ਕਈ ਨਾ ਝੂਠੀਆਂ ਖਬਰਾਂ ਮਗਰੀ ਲੱਗ ਜਾਂਦੇ ਆ ਜੀ ਜੀ, ਤੇ ਟੈਲੀਫੋਨ ਤੇ ਜਾਂ ਸੰਪਰਕ ਕਰਕੇ ਜ਼ਰੂਰ ਕਨਫਰਮ ਕਰ ਲੈਣਾ ਚਾਹੀਦਾ। ਨੰਬਰ ਬੋਲ ਦਿਓ ਟੈਲੀਫੋਨ ਤੇ ਮੇਰਾ ਨੰਬਰ 98550 17747, 98550 17747 10 ਦਾ ਨੰਬਰ ਆ। ਤੇ ਕਿਉਂਕਿ ਮੈਂ ਤਾਂ ਲਵਾਰਸ ਜਿਹਾ ਹੋ ਗਿਆ ਤੇ ਬਹੁਤਾ ਮੈਂ ਨਾ ਸੰਪਰਕ ਕਰ ਸਕਦਾ ਸਿੰਘਾਂ ਨਾਲ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਉਹ ਕਿਸੇ ਅਫਵਾਹ ਤੇ ਅਸਰ ਨਾ ਕਰਿਆ ਕਰਨ। ਬਿਲਕੁਲ ਜੀ, ਜਿਹੜੀ ਰਿਐਲਿਟੀ ਆ ਨਾ ਉਹਨੂੰ ਜ਼ਰੂਰ ਜਾਣ ਲੈਣ। ਜਿਹੜੇ ਚੀਚੀ ਤੇ ਚੀਰ ਲਾ ਕੇ ਤੇ ਸ਼ਹੀਦ ਬਣਨ ਨੂੰ ਫਿਰਦੇ ਜਾਂ ਬਣੇ ਆ, ਉਹਨਾਂ ਨੂੰ ਜ਼ਰੂਰ ਪਛਾਣੋ। ਇਹ ਮੈਂ ਜ਼ਰੂਰ ਬੇਨਤੀ ਕਰਨਾ ਜੀ। ਬਿਲਕੁਲ ਹੈ, ਬੁੱਕਲ ਦੇ ਸੱਪ ਜਿਹੜੇ ਨੇ ਉਹਨਾਂ ਨੂੰ ਪਛਾਣਨ ਦੀ ਬੜੀ ਸਖਤ ਲੋੜ ਹੈਗੀ ਹੈ। ਸੋ ਜਿਹੜੀ ਨੌਜਵਾਨ ਪੀੜ੍ਹੀ ਜੋ ਜਿਨ੍ਹਾਂ ਨੇ ਅਸਲ 'ਚ ਪ੍ਰਚਾਰ ਤੋਂ ਕਾਫੀ ਦੂਰ ਨੇ, ਔਰ ਅੱਜ ਦਾ ਅਜੋਕਾ ਸਮਾਂ ਲਾਈਫ ਇੰਨੀ ਬਿਜੀ ਹੈ ਨੌਜਵਾਨਾਂ ਦੀ ਕਿ ਉਹਨਾਂ ਦੇ ਕੋਲ ਜਾਂ ਤਾਂ ਜੋਬ ਜਾਂ ਪੜ੍ਹਾਈ ਜਾਂ ਇਹੀ ਚੀਜ਼ਾਂ ਰਹਿ ਗਈਆਂ ਨੇ। ਪਹਿਲਾਂ ਸਿੱਖ ਇਤਿਹਾਸ ਪੜ੍ਹਨਾ ਜਾਂ ਸਿੱਖ ਇਤਿਹਾਸ ਦੇ ਬਾਰੇ ਜਾਣਨਾ, ਆਪਣੇ ਵੱਡੇ ਵਡੇਰਿਆਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਨਾ, ਆਪਣੇ ਜੀ ਬੜੀ ਜਿਹੀ ਬੇਨਤੀ ਮੈਂ ਕਰ ਸਕਦਾ। ਜੀ 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 ਜੀ, ਬਾਹਰਲੇ ਜਿਹੜੇ ਸਿੱਖ ਨੇ ਬੜੇ ਸਤਿਕਾਰਯੋਗ ਆ, ਬਹੁਤ ਉਹਨਾਂ ਨੇ ਬਾਹਰ ਸਿੱਖ ਕੌਮ ਦਾ ਕੇਸ ਲੜਦੇ ਆ, ਕਰਦੇ ਆ ਜੀ, ਔਰ ਕਾਫੀ ਕੁਛ ਉਹਨਾਂ ਨੇ ਬੁਲੰਦ ਜਿਹੜਾ ਕੀਤਾ। ਮੈਂ ਸਾਰੇ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ, ਬਾਹਰਲੀ ਸੰਗਤ ਦਾ ਵੀ ਜੀ। ਪਰ ਮੈਨੂੰ ਇੱਕ ਅਫਸੋਸ ਬਾਹਰਲੇ ਸਿੰਘਾਂ ਤੋਂ ਰਿਹਾ ਹੈ ਕਿ ਉਹਨਾਂ ਨੇ ਮੈਨੂੰ ਕਦੇ ਵੀ ਮੇਰੇ ਸਿਰ ਤੇ, ਲਵਾਰਸ ਦੇ ਸਿਰ ਤੇ ਹੱਥ ਨਹੀਂ ਰੱਖਿਆ ਕਦੇ ਵੀ। ਬਾਹਰਲੇ ਸਿੱਖ ਜਿਹੜੇ ਆ, ਪਤਾ ਨਹੀਂ ਉਹਨਾਂ ਨੂੰ ਗਲਤ ਪ੍ਰਚਾਰ ਦਾ ਕੋਈ ਸ਼ਿਕਾਰ ਹੋ ਗਏ ਸੀ, ਚਾਹੇ ਕਿਤੇ ਗਲਤ ਫਹਿਮੀਆਂ ਦਾ ਹੋ ਗਏ ਸੀ, ਮੈਨੂੰ ਇਹ ਗੱਲ ਦੀ ਨਹੀਂ ਸਮਝ ਲੱਗੀ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਸਾਰੀਆਂ ਪਿਛਲੀਆਂ ਗੱਲਾਂ ਨੂੰ ਛੱਡ ਕੇ ਤੇ ਆਪਾਂ ਇਕੱਠੇ ਹੋ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਤੁਬਦਾ ਦੂਰ ਕਰੋ ਲਿਵਲਾਏ, ਹਰਨਾਮੇ ਕੋ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਨਵਾਂ ਧਿਆਇ ਸ਼ੁਰੂ ਕਰੀਏ, ਨਵਾਂ ਚੈਪਟਰ ਸ਼ੁਰੂ ਕਰੀਏ, ਔਰ ਨਵੀਂ ਵਿਚਾਰਧਾਰਾ ਜਿਹੜੀ ਆ ਉਹਨੂੰ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ